ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਵੀਜ਼ਾ ਲਾਈਵ ਤੇ ਮੈਂ ਮਨਦੀਪ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਨਿੱਘਾ ਸਵਾਗਤ ਕਰਦੀ ਹਾਂ। ਉਮੀਦ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ। ਸੋ ਖਾਸ ਪ੍ਰੋਗਰਾਮ ਵੀਜ਼ਾ ਲਾਈਵ ਰੋਜ਼ ਇਸ ਵੇਲੇ ਲੈ ਕੇ ਆਉਂਦੇ ਆ। ਤੁਹਾਡੇ ਸਵਾਲਾਂ ਦੇ ਰਲ ਮਿਲ ਕੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਆ। ਸੋ ਤੁਸੀਂ ਸਾਡੇ ਸ਼ੋਅ ਦੇ ਵਿੱਚ ਸ਼ਮੂਲੀਅਤ ਹਾਸਲ ਕਰ ਸਕਦੇ ਹੋ, ਆਪਣਾ ਜਿਹੜਾ ਯੋਗਦਾਨ ਪਾ ਸਕਦੇ ਹੋ, ਆਪਣਾ ਸਵਾਲ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸੋ ਰੋਜ਼ਾਨਾ ਇਸ ਮੰਚ ਦੇ ਉੱਤੇ ਖਾਸ ਐਕਸਪਰਟਸ ਨੂੰ, ਖਾਸ ਗੈਸਟ ਨੂੰ ਸੱਦਾ ਦਿੰਦੇ ਆ ਤਾਂ ਕਿ ਤੁਹਾਡੇ ਜਿਹੜੇ ਸਵਾਲ ਆ ਉਹਨਾਂ ਦਾ ਜਵਾਬ ਲੱਭੀਏ। ਇਸੇ ਕਤਾਰ ਨੂੰ, ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਮੰਚ ਦੇ ਉੱਪਰ ਸੱਦਾ ਦਿੱਤਾ ਹੈ ਜੀ BM ਐਜੂਕੇਸ਼ਨ ਤੋਂ ਰਮਨੀਕ ਮੈਮ ਹੋਰਾਂ ਨੂੰ। ਸੋ ਸਵਾਗਤ ਤੇ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮਨਦੀਪ ਜੀ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ। ਬਹੁਤ ਬਹੁਤ ਮਿਹਰਬਾਨੀ ਮੈਡਮ, ਤੁਸੀਂ ਇਹ ਗੱਲ ਕਹੀ ਠੀਕ ਠਾਕ ਤੇ ਸਾਰੇ ਹੀ ਹੋਣਗੇ। ਲੇਕਿਨ ਕੈਨੇਡਾ ਤੋਂ ਹਾਲ ਹੀ 'ਚ ਕੁਝ ਅਪਡੇਟ ਆਈ। 11 ਫਰਵਰੀ ਨੂੰ ਇੱਕ ਖਬਰ ਆਈ ਜਿਸ ਨੇ ਲੋਕਾਂ ਦਾ ਦਿਲ ਦਹਿਲਾਤਾ, ਲੋਕਾਂ ਨੂੰ ਡਰਾ ਕੇ ਰੱਖਤਾ। ਹੁਣ ਸਾਡੇ ਜਿਹੜੇ ਦਰਸ਼ਕ ਨੇ, ਸਾਡੇ ਜਿਹੜੇ ਵਿਦਿਆਰਥੀ ਨੇ, ਉਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਉਹ ਕੀ ਕਰਨ, ਕਿਉਂਕਿ ਉਹਨਾਂ ਨੂੰ ਡਰਾਏ ਹਰ ਚੀਜ਼ ਨੂੰ ਨਾ ਪ੍ਰੈਜ਼ੈਂਟ ਹੀ ਇੰਨਾ ਖਤਰਨਾਕ ਤਰੀਕੇ ਨਾਲ ਕਰ ਦਿੰਦੇ ਨੇ ਕਿ ਬੱਚੇ ਨੂੰ ਪਤਾ ਨਹੀਂ ਲੱਗਦਾ ਕਿ ਉਹਦੇ 'ਚ ਨੁਕਸਾਨ ਹੈ ਕਿ ਫਾਇਦਾ ਹੈ। ਸੋ ਤੁਹਾਡੇ ਮੂੰਹੋਂ ਸੁਣਨਾ ਚਾਹੂੰਗੀ, ਤੁਹਾਡੇ ਵੱਲੋਂ ਜਾਣਕਾਰੀ ਲੈਣਾ ਚਾਹੂੰਗੀ ਕਿ ਜਿਹੜੀ ਲੇਟੈਸਟ ਅਪਡੇਟ ਹੈ ਉਹ ਹੈ ਕੀ, ਤੇ ਉਹਦਾ ਕੋਈ ਨੁਕਸਾਨ ਹੈਗਾ ਕਿ ਜਾਂ ਫਿਰ ਬਿਲਕੁਲ ਨੋਰਮਲ ਰਹਿਣ ਵਾਲੀ ਗੱਲ ਹੈ। ਯੈਸ, ਮੈਂ ਇਹੀ ਗੱਲ ਕਹਾਂਗੀ ਕਿ ਕੈਨੇਡਾ ਤੋਂ ਹਾਲ ਹੀ ਅਪਡੇਟਸ ਆਈਆਂ ਨੇ ਬਹੁਤ ਜ਼ਿਆਦਾ, ਬਟ ਇਹਦਾ ਕੋਈ ਨੁਕਸਾਨ ਨਹੀਂ ਹੈ। ਇਹ ਜਸਟ ਨਾਰਮਲ ਵੈਰੀਫਿਕੇਸ਼ਨ ਹੈਗੀ ਆ, ਕਿਉਂਕਿ ਜਿਨ੍ਹਾਂ ਬੱਚਿਆਂ ਨੇ ਕੈਨੇਡਾ ਦੇ ਵਿੱਚ ਅਪਲਾਈ ਕੀਤਾ ਸੀਗਾ, ਠੀਕ ਹੈ, ਉਹਨਾਂ ਨੂੰ ਇੰਟਰਵਿਊਜ਼ ਕਾਲ ਆ ਰਹੀਆਂ ਨੇ, ਤੇ ਇਹਦੇ ਵਿੱਚ ਘਬਰਾਉਣ ਵਾਲੀ ਕੋਈ ਗੱਲ ਹੀ ਨਹੀਂ ਹੈ। ਜੇ ਮੰਨ ਲਓ ਤੁਸੀਂ ਉੱਥੇ ਅਪਲਾਈ ਕੀਤਾ ਹੈ ਨਾ, ਤੇ ਉਹ ਤੁਹਾਨੂੰ ਵੈਰੀਫਿਕੇਸ਼ਨ ਕਾਲ ਆ ਰਹੀ ਹੈ ਹਾਈ ਕਮਿਸ਼ਨ ਵੱਲੋਂ, ਤੇ ਮੈਂ ਤੁਹਾਨੂੰ ਇਹੀ ਬੋਲਾਂਗੀ ਕਿ ਤੁਸੀਂ ਉਹ ਕਾਲ ਚੱਕੋ, ਹੈ ਨਾ। ਉਹਨਾਂ ਦੇ ਜਿਹੜੇ ਕੁਐਸਚਨ ਹੈਗੇ ਆ ਉਹਨਾਂ ਦਾ ਆਰਾਮ ਨਾਲ ਜਵਾਬ ਦਿਓ, ਘਬਰਾਓ ਨਾ। ਮਤਲਬ ਇੰਟਰਵਿਊ ਕਾਲਸ ਆ ਰਹੀਆਂ ਨੇ, ਰੈਂਡਮਲੀ ਕਾਲਸ ਆ ਰਹੀਆਂ ਨੇ ਕਿ ਸਾਰੇ ਬੱਚਿਆਂ ਨੂੰ ਕਾਲਸ ਆ ਰਹੀਆਂ? ਨਹੀਂ ਜੀ, ਸਾਰੇ ਬੱਚਿਆਂ ਨੂੰ ਕਾਲਸ ਨਹੀਂ ਆ ਰਹੀਆਂ, ਇਹ ਰੈਂਡਮਲੀ ਕਾਲਸ ਆ ਰਹੀਆਂ ਨੇ, ਠੀਕ ਹੈ। ਜਿਨ੍ਹਾਂ ਬੱਚਿਆਂ ਨੇ ਅਪਲਾਈ ਕੀਤਾ ਹੈ ਉਹ, ਮੈਂ ਤੁਹਾਨੂੰ ਇਹੀ ਕਹਾਂਗੀ ਕਿ ਦੇਖੋ, ਤੁਹਾਡਾ ਤੁਸੀਂ ਸਾਰਾ ਕੁਝ ਆਲਰੇਡੀ ਜੈਨੂਅਨਲੀ ਲਗਾਇਆ ਹੈ ਉੱਥੇ, ਠੀਕ ਹੈ। ਫਿਰ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ। ਤੁਸੀਂ ਪ੍ਰੋਪਰ ਉਹਦਾ ਜਵਾਬ ਦਿਓ ਕਿ ਮੈਂ ਗੱਲ ਕਹਿਣੀ ਕੀ ਹੈ। ਮੈਂ ਤੁਹਾਡੀ ਗੱਲ ਨੂੰ ਰਮਨੀਕ ਜੀ ਥੋੜਾ ਜਿਹਾ ਇੰਟਰਪਟ ਕਰੂੰਗੀ। ਇੱਕ ਜਾਣਕਾਰੀ ਲੈਣਾ ਚਾਹੂੰਗੀ ਕਿ STS ਕੈਟਾਗਰੀ ਨੂੰ ਕਾਲ ਆ ਰਹੀਆਂ ਨੇ ਜਾਂ ਨੌਨ SGS ਨੂੰ ਆ ਰਹੀਆਂ ਨੇ? ਨੌਨ SGS ਨੂੰ ਕਾਲਸ ਆ ਰਹੀਆਂ ਨੇ। ਓਕੇ, ਨੌਨ SGS ਕੈਟਾਗਰੀ ਨੂੰ ਕਾਲਸ ਆ ਰਹੀਆਂ ਨੇ ਤੇ ਹਾਈ ਕਮਿਸ਼ਨ ਵੱਲੋਂ ਕਾਲਸ ਆ ਰਹੀਆਂ ਨੇ। ਪੁੱਛੇ ਬੇਸਿਕ ਕੁਐਸਚਨਸ ਕੀ ਪੁੱਛੇ ਜਾ ਰਹੇ ਨੇ? ਦੇਖੋ, ਬੇਸਿਕ ਕੁਐਸਚਨ ਜਿਹੜੇ ਨੇ ਉਹ ਇਹੀ ਪੁੱਛੇ ਜਾਣਗੇ ਕਿ ਤੁਸੀਂ ਕਿੱਥੋਂ ਦੀ, ਮਤਲਬ ਕਿਹੜੇ ਕਾਲਜ ਵਿੱਚ ਤੁਸੀਂ ਅਪਲਾਈ ਕੀਤਾ ਹੈ, ਠੀਕ ਹੈ, ਤੁਸੀਂ ਉਹ ਕੋਰਸ ਕਿਉਂ ਸਿਲੈਕਟ ਕੀਤਾ ਹੈ, ਔਰ ਤੁਹਾਡਾ ਉੱਥੇ ਜਾਣ ਦਾ ਬੇਸਿਕ ਜਿਹੜਾ ਕਾਰਨ ਹੈ ਉਹ ਕੀ ਹੈ, ਠੀਕ ਹੈ। ਤੁਹਾਡਾ ਗੈਪ ਜਸਟੀਫਿਕੇਸ਼ਨ ਪੁੱਛੀ ਜਾਏਗੀ ਕਿ ਗੈਪ ਹੈ, ਉਹ ਤੁਹਾਡੇ ਪ੍ਰੋਪਰ ਜਿਹੜੇ ਵੀ ਕੁਐਸਚਨ ਆ ਤੁਹਾਡੇ ਤੋਂ ਪੁੱਛੇ ਜਾਣਗੇ। ਹੁਣ ਤੁਸੀਂ ਉਹਨਾਂ ਨੂੰ ਇੱਕ ਬੀ ਕੌਨਫੀਡੈਂਟ ਆਨਸਰ ਦੇਣਾ। ਮੰਨ ਲਓ ਜੇ ਤੁਸੀਂ ਕੌਨਫੀਡੈਂਟਲੀ ਆਨਸਰ ਨਹੀਂ ਦਿੰਦੇ, ਸਾਹਮਣੇ ਵਾਲਾ ਬੰਦਾ ਸਮਝ ਜਾਏਗਾ ਜੀ ਇਹਨੇ ਕੰਸਲਟੈਂਟ ਤੋਂ ਸਾਰਾ ਕੰਮ ਕਰਾਇਆ, ਇਹਨੂੰ ਆਪ ਦੀ ਨੌਲੇਜ ਹੈ। ਜਿਹੜੀ ਪੈਕੇਜ ਬੜਾ ਮਸ਼ਹੂਰ ਹੋਇਆ, ਸੋ ਉਹ ਪੈਕੇਜ ਵਾਲੀ ਗੱਲ ਜਿਹੜੀ ਉਹ ਸਾਹਮਣੇ ਆ ਜਾਊਗੀ। ਇਸ ਕਰਕੇ ਉਹਨਾਂ ਨੂੰ ਆਰਾਮ ਨਾਲ ਜਿਹੜਾ ਜਵਾਬ ਦਿੱਤਾ ਜਾਵੇ ਵੀ ਗੈਪ ਡਾਕੂਮੈਂਟ ਕਿਹੜੇ ਲੱਗੇ ਨੇ, ਉਹਦੇ ਵਿੱਚ ਗੈਪ ਜਸਟੀਫਿਕੇਸ਼ਨ ਕਿਵੇਂ ਕੀਤੀ ਹੈ। ਅੱਛਾ, ਫੀਸ ਨੂੰ ਲੈ ਕੇ ਵੀ ਪੁੱਛ ਸਕਦੇ ਨੇ? ਬਿਲਕੁਲ, ਫੀਸ ਨੂੰ ਲੈ ਕੇ ਉਹ ਤੁਹਾਡੇ ਤੋਂ ਪੁੱਛਣਗੇ ਕਿ ਤੁਸੀਂ ਫੀਸ ਕਿੰਨੀ ਪੇ ਕੀਤੀ ਹੈ, ਕਿਹੜੇ ਸਮੈਸਟਰ ਦੀ ਪੇ ਕੀਤੀ ਹੈ, ਤੇ ਕਿਹੜੇ ਤੁਸੀਂ ਬੈਂਕ ਤੋਂ ਪੇ ਕੀਤੀ ਹੈ। ਉਹ ਤੁਸੀਂ ਪ੍ਰੋਪਰ ਦੱਸੋਗੇ। ਤੁਹਾਡੇ ਕੋਲ ਪੂਰੀ ਅਕਾਊਂਟ ਡਿਟੇਲ ਹੋਣੀ ਚਾਹੀਦੀ, ਤੁਹਾਨੂੰ ਪੂਰਾ ਸਾਰਾ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਕਿਹੜੇ ਬੈਂਕ ਤੋਂ ਪੇ ਕੀਤੀ ਹੈ, ਕਿੰਨੀ ਮੈਂ ਫੀਸ ਪੇ ਕੀਤੀ ਹੈ, ਸਮੈਸਟਰ ਦੀ ਕੀਤੀ, ਕਿੰਨੀ ਕੀਤੀ ਹੈ। ਤੇ ਇਹਦੇ ਵਿੱਚ ਤੁਹਾਨੂੰ ਇਹ ਨਹੀਂ ਹੈ ਕਿ ਤੁਸੀਂ ਕਾਲ ਡਿਸਕਨੈਕਟ ਕਰ ਦਿਓ, ਕਾਲ ਚੱਕੋ ਨਾ, ਠੀਕ ਹੈ। ਨਾਰਮਲ ਵੈਰੀਫਿਕੇਸ਼ਨ ਹੈ, ਘਬਰਾਉਣ ਦੀ ਲੋੜ ਕੋਈ ਨਹੀਂ ਹੈ, ਠੀਕ ਹੈ। ਜਸਟ ਤੁਸੀਂ ਇਹ ਨਹੀਂ ਕਿ ਤੁਸੀਂ ਆਪਣੇ ਪੇਰੈਂਟਸ ਨੂੰ ਬੋਲ ਦਿਓ ਕਿ ਵੀ ਬਾਹਰੋਂ ਕਾਲ ਆ ਰਹੀ ਹੈ ਵੀ ਤੁਸੀਂ ਚੱਕ ਲਓ, ਹੈ ਨਾ। ਜੇ ਤੁਸੀਂ ਬਾਹਰੋਂ ਕਾਲ ਆ ਰਹੀ ਹੈ, ਤੁਸੀਂ ਕਾਲ ਉਹਨਾਂ ਤੋਂ ਚੁਕਵਾਓਗੇ, ਉਹਨਾਂ ਨੂੰ ਕੀ ਪਤਾ, ਜਾ ਕੇ ਤਾਂ ਕੰਸਲਟੈਂਟ ਤੋਂ ਤੁਸੀਂ ਗੱਲ ਕੀਤੀ ਹੈ ਨਾ। ਤੁਹਾਡੀ SOP 'ਚ ਜਿਹੜਾ ਵੀ ਕੁਝ ਮੈਂਸ਼ਨ ਹੋਇਆ ਤੁਹਾਨੂੰ ਪਤਾ ਹੈ। ਪੇਰੈਂਟਸ ਕੀ ਹੈ, ਉਹ ਨਾਰਮਲ ਬੋਲਣਗੇ। ਦੇਖੋ, ਤੁਸੀਂ ਆਇਲ ਸਟੂਡੈਂਟ ਹੈਗੇ ਹੋ, ਹੈ ਨਾ, ਤੇ ਆਇਲ ਸਟੂਡੈਂਟ ਹੋਣ ਦੇ ਕਰਕੇ ਤੁਸੀਂ ਆਨਸਰਿੰਗ ਵੀ ਸ਼ਾਇਦ ਆਪਣੇ ਪੇਰੈਂਟਸ ਨਾਲੋਂ ਵਧੀਆ ਕਰੋਗੇ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਆਨਸਰਿੰਗ ਕਰਨੀ ਕੀ ਹੈ। ਸੋ ਰਮਨੀਕ ਜੀ, ਦਰਸ਼ਕ ਸਾਡੇ ਨਾਲ ਜੁੜਨਾ ਸ਼ੁਰੂ ਹੋ ਗਏ ਨੇ ਤੇ ਪਹਿਲੇ ਦਰਸ਼ਕ ਦੀ ਕਾਲ ਲੈਣੇ ਆ, ਸਵਾਲ ਜਾਣਦੇ ਆ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਹਰਜੋਤ ਜੀ, ਕੀ ਸਵਾਲ ਹੈ ਜੀ? ਹੈਲਥ ਕੇਅਰ ਕੋਰਸ, ਤੁਸੀਂ ਬੜੇ ਇੰਟੈਲੀਜੈਂਟ ਹੋ। ਕੋਰਸ ਵੀ ਤੁਸੀਂ ਖੁਦ ਸੋਚ ਕੇ ਬੈਠੇ ਹੋ ਵੀ ਕਿਹੜਾ ਕੋਰਸ ਲੈਣਾ ਚਾਹੀਦਾ ਹੈ ਜੀ। ਕੀ ਕਹੋਗੇ ਰਮਨੀਕ ਜੀ? ਸੌਰੀ ਹਰਜੋਤ, ਤੁਹਾਡੇ ਆਈਲਸ ਓਵਰਆਲ 6 ਬੈਂਡ ਨੇ? ਹਾਂਜੀ, ਓਵਰਆਲ 6 ਬੈਂਡ ਜੀ। ਕਿਸੇ ਮੋਡਿਊਲ 5.5 ਬੈਂਡ ਹੈਗੇ ਨੇ? ਨਹੀਂ ਮੈਮ, ਓਵਰਆਲ 6 ਹੈ। ਓਵਰਆਲ 6 ਨੇ, ਠੀਕ ਹੈ ਜੀ। ਸੋ ਕਿੱਥੇ ਕੈਨੇਡਾ, ਆਸਟ੍ਰੇਲੀਆ, ਕੀ ਪ੍ਰਾਇੋਰਟੀ ਕੀ ਹੈਗੀ ਹੈ? ਕਾਲ ਡਿਸਕਨੈਕਟ ਹੋ ਗਿਆ। ਸੋ ਕੀ ਬੈਟਰ ਆਪਸ਼ਨ ਕੀ ਹੈਗਾ ਦਰਸ਼ਕ?
ਸਾਡੇ ਦਰਸ਼ਕ ਸਾਡੇ ਵਿਦਿਆਰਥੀ ਸਾਨੂੰ ਦੇਖਦੇ ਪਏ ਨੇ, ਕੀ ਕਹੋਗੇ ਰਮਨੀਤ ਜੀ? ਦੇਖੋ ਜਿੱਦਾਂ ਆਇਲਸ 'ਚ ਉਹਨਾਂ ਦੇ ਓਵਰਆਲ 6 ਬੈਂਡ ਹੈਗੇ ਨੇ, ਤੇ ਮੈਂ ਇਹ ਕਹਾਂਗੀ ਕਿ ਆਸਟ੍ਰੇਲੀਆ ਦੇ ਵਿੱਚ ਜਿੱਦਾਂ ਉਹਨਾਂ ਨੇ ਹੈਲਥ ਕੇਅਰ, ਉਹਨਾਂ ਨੇ ਆਪ ਹੀ ਬੋਲਤਾ ਕਿ ਆਪਾਂ ਹੈਲਥ ਕੇਅਰ ਕੋਰਸਿਸ ਲੈਣੇ, ਤੇ ਇਹਦੇ ਇਲਾਵਾ ਬਹੁਤ ਸਾਰੇ ਆਪਸ਼ਨਸ ਹੈਗੇ। ਤੁਸੀਂ ਏਜ ਕੇਅਰ ਵਾਸਤੇ ਵੀ ਜਾ ਸਕਦੇ ਹੋ, ਤੁਸੀਂ ਮੈਂਟਲ, ਇਹ ਨਹੀਂ ਹੈ ਕਿ ਤੁਸੀਂ ਸਪੈਸੀਫਿਕ ਕੋਈ ਕੋਰਸ ਚੂਜ਼ ਹੀ ਕਰ ਲਿਆ ਕਿ ਤੁਸੀਂ ਫਿਰ ਉਸੇ ਕੋਰਸ ਵਿੱਚ ਜਾਣਾ ਹੈ। ਤੁਹਾਡੇ ਮੈਂਟਲ ਹੈਲਥ ਕੇਅਰ ਕੋਰਸ ਵੀ ਹੈਗੇ ਆ, ਏਜ ਕੋਰਸ ਵੀ ਹੈ, ਤੁਸੀਂ ਕਿਹੜੇ ਵੀ ਕੋਰਸ ਲਈ ਅਪਲਾਈ ਕਰ ਸਕਦੇ ਹੋ। ਇਜ਼ ਅ ਬੈਸਟ ਆਪਸ਼ਨ ਫॉर ਯੂ। ਬਿਲਕੁਲ, ਮਤਲਬ ਗੱਲ ਜਿਹੜੀ ਮੁੱਕਦੀ ਮੈਂ ਗੱਲ ਮੁਕਾਉਣ ਦੀ ਕੋਸ਼ਿਸ਼ ਕਰਾਂ ਤਾਂ ਡਾਕੂਮੈਂਟ ਜਿਹੜੇ ਤੁਹਾਡੇ ਦੇਖ ਕੇ ਇਹ ਚੀਜ਼ ਤੁਹਾਨੂੰ ਵਧੀਆ ਤਰੀਕੇ ਨਾਲ ਦੱਸੀ ਜਾਊਗੀ ਕਿ ਤੁਹਾਡੀ ਪ੍ਰੋਫਾਈਲ ਜਿਹੜੀ ਤੁਸੀਂ ਪਿੱਛੇ ਜੇ ਸਟੱਡੀ ਕੀਤੀ ਹੈ ਉਹ ਕਿਹੜੀ ਕੀਤੀ ਹੈ ਤੇ ਕਿਹੜੇ ਸਬਜੈਕਟ 'ਚ ਤੁਹਾਡੇ ਨੰਬਰ ਜ਼ਿਆਦੇ ਨੇ, ਤੁਹਾਡਾ ਫਿਊਚਰ ਕਿਹਦੇ 'ਚ ਬ੍ਰਾਈਟ ਹੋ ਸਕਦਾ। ਬਿਲਕੁਲ, ਅਸੀਂ ਕਿਉਂਕਿ ਉਹਨਾਂ ਗੱਲ ਕਰ ਰਹੇ ਸੀ, ਸੋ ਉੱਥੇ ਇਹ ਵੀ ਸਵਾਲ ਰਮਨੀਕ ਜੀ ਪੁੱਛਿਆ ਜਾ ਸਕਦਾ ਵੀ ਜਿਹੜਾ ਤੁਸੀਂ ਕੋਰਸ ਚੂਜ਼ ਕਰ ਰਹੇ ਹੋ, ਸੋ ਤੁਹਾਡਾ ਭਵਿੱਖ ਤੁਸੀਂ ਕੀ ਦੇਖਦੇ ਹੋ? ਦੇਖੋ ਬਿਲਕੁਲ ਕੋਰਸ ਬਾਰੇ ਤੇ ਪੁੱਛਣਗੇ, ਕਿਉਂਕਿ ਜਿਹੜਾ ਕੋਰਸ ਹੈ ਤੁਹਾਡਾ ਰਿਲੇਵੈਂਟ ਹੋਣਾ ਚਾਹੀਦਾ ਹੈ। ਮੰਨ ਲਓ ਤੁਸੀਂ ਪਹਿਲਾਂ ਕੋਈ ਕੋਰਸ ਹੋਰ ਕੀਤਾ ਹੈ, ਬਾਅਦ 'ਚੋਂ ਤੁਹਾਡੀ ਸਟੱਡੀ ਨਾਲ ਹੀ ਨਹੀਂ ਮੈਚ ਹੋ ਰਿਹਾ, ਫਿਰ ਉਹ ਉੱਥੇ ਵੀ ਸਵਾਲ ਉੱਠਣਗੇ ਵੀ ਤੁਸੀਂ ਜਾ ਕੀ ਕਰਨ ਰਹੇ ਹੋ। ਸੋ ਦਰਸ਼ਕ ਨਾਲ ਜੁੜੇ ਨੇ। ਨੈਕਸਟ ਕਾਲਰ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਮੈਮ, ਮੈਂ ਰਮਨ ਬੋਲ ਰਹੀ ਹਾਂ। ਕਿੱਥੋਂ ਬੋਲ ਰਹੇ ਹੋ ਰਮਨ ਜੀ? ਮੋਗੇ ਤੋਂ। ਹਾਂਜੀ, ਕੀ ਸਵਾਲ ਹੈ ਰਮਨ ਜੀ? ਮੈਮ ਮੈਂ ਜੀਐਨਐਮ ਕੀਤੀ ਹੋਈ ਹੈ 17 ਚ। ਠੀਕ ਹੈ ਜੀ। ਉਸ ਤੋਂ ਬਾਅਦ ਮੈਮ ਮੇਰਾ ਵਰਕ ਐਕਸਪੀਰੀਅੰਸ ਹੈ ਟਿਲ ਡੇਟ। ਓਕੇ, ਤੇ ਸੈਲਰੀ ਅਕਾਊਂਟ 'ਚ ਆਈ ਹੈ ਜਾਂ ਫਿਰ ਕੈਸ਼ ਲੈਂਦੇ ਰਹੇ ਹੋ? ਪ੍ਰੋਪਰ ਅਕਾਊਂਟ ਦੇ ਵਿੱਚ ਆ ਰਹੀ ਹੈ ਮੈਮ। ਤੇ ਜਿਹੜੀ ਸਟਰੀਮ 'ਚ ਮੰਨ ਲਓ ਤੁਸੀਂ ਜੀਐਨਐਮ ਕੀਤੀ ਹੈ, ਸੋ ਨਰਸਿੰਗ ਡਿਪਾਰਟਮੈਂਟ ਦੇ ਵਿੱਚ ਜੌਬ ਕਰਦੇ ਪਏ ਸੀਗੇ? ਹਾਂਜੀ ਹਾਂਜੀ। ਠੀਕ ਹੈ ਜੀ। ਸੋ ਸਵਾਲ ਕੀ ਹੈ ਮਨ ਦੇ ਵਿੱਚ, ਕੀ ਸਵਾਲ ਹੈ ਜ਼ਹਿਨ ਦੇ ਵਿੱਚ? ਮੈਮ ਮੇਰੇ 6.5 ਬੈਂਡ ਆਏ ਹੋਏ ਨੇ ਐਂਡ Okay. ਆਸਟ੍ਰੇਲੀਆ ਸਪਾਊਸ ਕੇਸ ਲਈ ਪੁੱਛਣਾ ਚਾਹੁੰਦੀ ਹਾਂ। ਮੈਰਿਜ ਕਿੰਨੀ ਪੁਰਾਣੀ ਹੈ ਜੀ ਤੁਹਾਡੀ? ਵਿਆਹ ਕਦੋਂ ਦਾ ਹੋਇਆ? ਮੈਰਿਜ ਮੈਮ ਮੇਰੀ 1 ਈਅਰ ਪੁਰਾਣੀ ਹੈ ਜੀ। ਓਕੇ, ਠੀਕ ਹੈ ਜੀ। ਸੋ ਕੀ ਕਹੋਗੇ? ਰਮਨ ਤੋਂ ਮੇਰਾ ਇੱਕ ਕੁਐਸਚਨ ਹੈ, ਤੁਸੀਂ ਕਿਹਾ ਕਿ ਟਿਲ ਡੇਟ ਤੱਕ ਮੈਂ ਹੁਣੀ ਜੌਬ ਕਰ ਰਹੀ ਹਾਂ, ਤਾਂ ਤੁਸੀਂ ਜੌਬ ਸਟਾਰਟ ਕਦੋਂ ਕੀਤੀ ਸੀ? ਉਹਨਾਂ ਨੇ ਕਿਹਾ ਕਿ ਮੈਂ ਜਦੋਂ ਸਟੱਡੀ ਕੰਪਲੀਟ ਕੀਤੀ ਹੈ ਨਾਲ ਦੀ ਨਾਲ ਜੌਬ ਸ਼ੁਰੂ ਕਰਤੀ ਸੀ। ਓਕੇ, ਜੀ। ਠੀਕ ਹੈ। ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਬਿਲਕੁਲ ਅਪਲਾਈ ਕਰ ਸਕਦੇ ਹੋ, ਠੀਕ ਹੈ, ਸਪਾਊਸ ਨਾਲ ਅਪਲਾਈ ਕਰ ਸਕਦੇ ਹੋ। ਬਟ ਜਿੱਦਾਂ ਤੁਸੀਂ ਦੱਸਿਆ ਕਿ ਮੈਂ ਮੈਰਿਜ ਮੇਰੀ 1 ਈਅਰ ਪਹਿਲਾਂ ਹੋਈ ਸੀ, ਤੇ ਤੁਹਾਨੂੰ ਜਿਹੜੇ ਡਾਕੂਮੈਂਟਸ ਹੈਗੇ ਆ ਵਿਆਹ ਦੇ, ਉਹ ਤੁਹਾਨੂੰ ਲਗਾਉਣੇ ਪੈਣਗੇ। ਉਹ ਜੈਨੂਇਨ ਡਾਕੂਮੈਂਟ ਹੋਣੇ ਚਾਹੀਦੇ ਆ। ਤੁਹਾਡੇ ਵਿਆਹ ਦੀ ਫੋਟੋਜ਼ਗ੍ਰਾਫ ਹੋ ਗਈਆਂ, ਜਾਂ ਫਿਰ ਤੁਹਾਡੇ ਕੋਈ ਹਨੀਮੂਨ ਪੈਕੇਜ ਦਾ ਕੁਝ ਹੋ ਗਿਆ, ਜਾਂ ਕੁਝ ਕਿਤੇ ਵੀ, ਹੈ ਨਾ। ਆਪਾਂ ਤੇ ਬਹੁਤ ਸਾਰੀ ਸੈਰਾਮਨੀਜ਼ ਅੱਜ ਕੱਲ੍ਹ ਕਰਦੇ, ਤੇ ਸਾਡੇ ਕੋਲ ਬਹੁਤ ਸਾਰੇ ਰਮਨੀਕ, ਵਿਆਹ ਨੂੰ ਲੈ ਕੇ ਕੋਈ ਹੈਗਾ ਵਾ ਕਿਤੇ ਲਿਖਿਆ ਹੋਇਆ ਹੈਗਾ ਵੀ ਵਿਆਹ ਸਾਲ ਪੁਰਾਣਾ ਚਾਹੀਦਾ, 6 ਮਹੀਨੇ ਪੁਰਾਣਾ ਚਾਹੀਦਾ? ਕਿਉਂਕਿ ਸਾਰੇ ਆਪੋ ਆਪਣੀ ਜਿਹੜੀ ਗੱਲ ਆ ਉਹ ਅੱਗੇ ਰੱਖ ਦਿੰਦੇ ਨੇ। ਕੋਈ ਕਹਿੰਦਾ ਵੀ ਘੱਟੋ ਘੱਟ ਸਾਲ ਪੁਰਾਣਾ ਵਿਆਹ ਲੈ ਕੇ ਆਓ, ਕੋਈ ਕਹਿੰਦਾ 1.5 ਸਾਲ ਪੁਰਾਣਾ ਵਿਆਹ ਲੈ ਕੇ ਆਓ। ਸੋ ਕੀ ਇਹਦੇ ਉੱਤੇ ਕੀ ਵਿਚਾਰ ਨੇ? ਕੋਈ ਆਸਟ੍ਰੇਲੀਆ ਵੱਲੋਂ ਕੋਈ ਇਹ ਚੀਜ਼ ਦੇਖੀ ਜਾਂਦੀ ਹੈ? ਨਹੀਂ ਮਨਦੀਪ ਜੀ, ਐਸਾ ਕੁਝ ਵੀ ਨਹੀਂ ਹੈ, ਕਿਉਂਕਿ ਗੱਲ ਕੀ ਹੈ, ਤੁਹਾਡੇ ਕੋਲ ਜੈਨੂਇਨ ਡਾਕੂਮੈਂਟ ਹੋਣੇ ਚਾਹੀਦੇ। ਵਿਆਹ ਚਾਹੇ ਤੁਹਾਡਾ 6 ਮਹੀਨੇ ਪੁਰਾਣਾ ਹੈ, ਸਾਲ ਪੁਰਾਣਾ ਹੈ, ਜਿੰਨਾ ਵੀ ਪੁਰਾਣਾ ਹੈ, ਤੁਹਾਡੇ ਕੋਲ ਪਰਟੀਕੁਲਰ ਇੱਕ ਡਾਕੂਮੈਂਟ ਹੋਣਾ ਚਾਹੀਦਾ। ਵੀ ਇੱਕ ਕਹਿੰਦੇ ਯਾਰ ਇੱਕ ਮੋਹਰ ਲੱਗ ਜਾਂਦੀ ਹੈ, ਤੁਹਾਡੇ ਕੋਲ ਉਹ ਹੋਣਾ ਚਾਹੀਦਾ ਕਿ ਹਾਂਜੀ ਆਪਾਂ ਵਿਆਹ ਇੱਥੇ ਕਰਾਇਆ, ਗੁਰਦੁਆਰਾ ਸਾਹਿਬ ਕਰਾਇਆ ਅੱਜ ਕੱਲ੍ਹ, ਤੇ ਉਹ ਵੀ ਤੁਹਾਨੂੰ ਪ੍ਰੋਪਰ ਪ੍ਰੂਫ ਦਿੰਦੇ ਨੇ, ਠੀਕ ਹੈ। ਤੇ ਸਾਰੇ ਤੁਹਾਡੇ ਕੋਲ ਪ੍ਰੂਫ। ਅੱਛਾ, ਇੱਥੇ ਇੱਕ ਸਵਾਲ ਇਹ ਵੀ ਹੈ ਵੀ ਕੱਲੀ ਕੋਰਟ ਮੈਰਿਜ ਵੈਲਿਡ ਹੋਊਗੀ ਕਿ ਜਿਵੇਂ ਮੰਦਰ ਵਾਲਾ ਵਿਆਹ ਵੀ ਹੈਗਾ? ਕਿਉਂਕਿ ਪਿੱਛੇ ਜੇ ਮੈਂ ਕਿਸੇ ਇਮੀਗ੍ਰੇਸ਼ਨ ਵਾਲੇ ਨਾਲ ਗੱਲਬਾਤ ਕਰ ਰਹੀ ਸੀ, ਸੋ ਉਹਨਾਂ ਨੇ ਇਹ ਗੱਲ ਦੱਸੀ ਵੀ ਨਹੀਂ, ਜਿਹੜੀ ਕੋਰਟ ਮੈਰਿਜ ਹੈਗੀ ਹੈ, ਸੋ ਉਹਨਾਂ ਨੇ ਕੋਰਟ ਮੈਰਿਜ ਹੀ ਵੈਲਿਡ ਕਰਨੀ ਹੈ। ਕੋਈ ਇਮੀਗ੍ਰੇਸ਼ਨ ਵਾਲਾ ਇਹ ਗੱਲ ਕਹਿੰਦਾ ਵੀ ਨਹੀਂ, ਉਹਨਾਂ ਨੇ ਜਿਹੜਾ ਤੁਹਾਡਾ ਮੰਦਰ ਮਸਜਿਦ ਦਾ ਜਾਂ ਗੁਰਦੁਆਰਾ ਸਾਹਿਬ ਦਾ, ਜਿੱਥੋਂ ਦਾ ਵੀ ਤੁਹਾਡਾ, ਜਿੱਥੇ ਵੀ ਜਿਹੜੇ ਵੀ ਰਿਲੀਜਨ ਨਾਲ ਤੁਸੀਂ ਰਿਲੇਵੈਂਟ ਹੈਗੇ, ਤੁਹਾਡੇ ਕੋਲ ਸਿਰਫ ਪ੍ਰੂਫ ਹੋਣਾ ਚਾਹੀਦਾ, ਸਰਟੀਫਿਕੇਟ ਹੋਣਾ ਚਾਹੀਦਾ। ਤੁਹਾਡੇ ਕੀ ਵਿਚਾਰ ਨੇ ਵੀ ਕਿਹੜਾ ਵੈਲਿਡ? ਦੋਨੋਂ ਵੈਲਿਡ ਹੁੰਦੀਆਂ ਹੈ, ਕਿਉਂਕਿ ਦੇਖੋ ਪ੍ਰੂਫ ਦੀ ਗੱਲ ਹੈ ਨਾ। ਆਪਾਂ ਤੁਹਾਡੇ ਤੋਂ ਜੈਨੂਇਨ ਪ੍ਰੂਫ ਮੰਗੇ ਆ। ਹੁਣ ਗੁਰਦੁਆਰਾ ਸਾਹਿਬ ਤੇ ਤੁਸੀਂ ਮੈਰਿਜ ਕੀਤੀ, ਉਹਨਾਂ ਨੇ ਤੁਹਾਨੂੰ ਪ੍ਰੂਫ ਦੇ ਦਿੱਤੇ, ਤੇ ਅਸੀਂ ਉਹਨੂੰ ਇਹ ਤਾਂ ਨਹੀਂ ਕਹਿ ਸਕਦੇ ਉਹ ਗਲਤ ਹੈ, ਹੈ ਨਾ। ਵਿਆਹ ਤੇ ਤੁਸੀਂ ਇਹ ਆਪਣੀਆਂ ਧਾਰਮਿਕ ਭਾਵਨਾਵਾਂ ਨੇ, ਜੈਨੂਇਨ ਜਿਹੜੇ ਡਾਕੂਮੈਂਟ ਹੈ ਉਹ ਹੋਣੇ ਜ਼ਰੂਰੀ ਨੇ। ਸੋ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਰਿਲੇਟਡ ਸਵਾਲ ਜਿਹੜਾ ਜਾਣਨਾ ਚਾਹੂੰਗੀ, ਖਾਸ ਕਿਹੜੀਆਂ ਗੱਲਾਂ ਨੇ ਰਮਨੀਕ, ਕਿਹੜੀਆਂ ਖਾਸ ਹਦਾਇਤਾਂ ਨੇ ਜਿਨ੍ਹਾਂ ਦਾ ਸਾਡੇ ਜਿਹੜੇ ਦਰਸ਼ਕ, ਜਿਹੜੇ ਵਿਦਿਆਰਥੀ ਸਾਨੂੰ ਦੇਖ ਰਹੇ ਨੇ, ਜਿਹੜੇ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ, ਉਹ ਧਿਆਨ ਰੱਖਣ? ਕਿਉਂਕਿ ਆਸਟ੍ਰੇਲੀਆ ਟਰੈਵਲ ਨੂੰ ਲੈ ਕੇ ਕੋਈ ਖਾਸ ਅਪਡੇਟ ਨਹੀਂ, ਲੇਕਿਨ ਦਰਸ਼ਕ ਟੈਨਸ਼ਨ ਦੇ ਵਿੱਚ ਹੈ ਕਿ ਅਪਲਾਈ ਕਰੀਏ ਜਾਂ ਫਿਰ ਨਾ ਕਰੀਏ। ਸੋ ਕੀ ਕਹੋਗੇ ਦਰਸ਼ਕਾਂ ਨੂੰ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣ? ਅਪਲਾਈ ਬਿਲਕੁਲ ਕਰਨ, ਇੰਨਾ ਆਪਣੇ ਕੋਲ ਸੋਚਣ ਦਾ ਕੀ ਟਾਈਮ ਹੈ ਨਾ। ਆਪਾਂ ਗੈਪ ਕਿਉਂ ਵਧਾਉਣਾ? ਬਹਿ ਕੇ ਤੁਸੀਂ ਅਪਲਾਈ ਕਰੋ, ਹੁਣੇ ਤੁਸੀਂ ਅਪਲਾਈ ਕਰੋਗੇ, ਹੈ ਨਾ। ਵੈਕਸੀਨੇਸ਼ਨ, ਜਿੱਦਾਂ ਮੈਂ ਉਹੀ ਗੱਲ ਕਹਾਂ ਕਿ ਵੈਕਸੀਨੇਸ਼ਨ ਅਪਲਾਈ ਹੋ ਰਹੀ ਹੈ ਉੱਥੇ, ਉਹਨੂੰ ਲੋਕ ਯੂਜ਼ ਕਰਦੇ ਪਏ ਆ, ਹੈ ਨਾ। ਤੇ ਤੁਸੀਂ ਰਮਨੀਕ ਗੱਲ ਨੂੰ ਕੱਟ ਰਹੀ ਹਾਂ, ਦਰਸ਼ਕ ਨਾਲ ਜੁੜੇ ਨੇ, ਪਹਿਲਾਂ ਦਰਸ਼ਕ ਦੀ ਕਾਲ ਵੀ ਜ਼ਰੂਰ ਲਈਏ। ਹੈਲੋ, ਕਾਲ ਡਿਸਕਨੈਕਟ ਹੋ ਗਿਆ ਜੀ। ਬਿਲਕੁਲ, ਸੋ ਖਾਸ ਗੱਲਾਂ ਕਿਹੜੀਆਂ ਨੇ, ਕਿਹਨਾਂ ਗੱਲਾਂ ਦਾ ਧਿਆਨ ਇਹੀ ਹੈ ਕਿ ਤੁਸੀਂ ਦੇਖੋ, ਇੱਕ ਤਾਂ
ਆਪਣਾ ਕੋਰਸ, ਠੀਕ ਹੈ, ਤੁਸੀਂ ਰਿਲੇਵੈਂਟ ਕੋਰਸ ਚੂਜ਼ ਕਰੋ, ਹੈ ਨਾ। ਰਿਲੇਵੈਂਟ ਕੋਰਸ ਤੁਸੀਂ ਚੂਜ਼ ਕਰੋਗੇ ਤੇ ਓਬਵੀਅਸ ਹੈਗਾ ਕਿ ਤੁਹਾਡੀ ਜਿਹੜੀ ਸਟੱਡੀ ਉਹਦੇ ਨਾਲ ਮੈਚ ਹੋਣਾ ਚਾਹੀਦਾ ਹੈ ਨਾ, ਕਿ ਤੁਸੀਂ ਬੈਕ ਸਟੱਡੀ ਕੀ ਕੀਤੀ ਹੈ। ਦੂਸਰਾ ਗੱਲ ਇਹ ਹੈਗੀ ਹੈ ਕਿ ਤੁਹਾਡੀ ਜਿਹੜੀ ਐਸਓਪੀ ਹੈ, ਹੁਣ ਆਪਾਂ ਐਸਓਪੀ ਕਿਸੇ ਵੀ ਕੰਸਲਟੈਂਟ ਕੋਲ ਜਾ ਕੇ ਲਿਖਵਾ ਲੈਂਦੇ ਆ, ਹੈ ਨਾ, ਸਾਨੂੰ ਨਹੀਂ ਪਤਾ ਹੁੰਦਾ ਉਹਨੇ ਲਿਖਿਆ ਕੀ ਹੈ, ਠੀਕ ਹੈ, ਤੁਹਾਡਾ ਗੈਪ ਉਹਨੇ ਕਿਵੇਂ ਜਸਟੀਫਾਈ ਕੀਤਾ ਹੈ, ਸਾਰਾ ਕੁਝ ਪ੍ਰੋਪਰ ਹੋਣਾ ਚਾਹੀਦਾ, ਤੁਹਾਨੂੰ ਪਤਾ ਹੋਣਾ ਚਾਹੀਦਾ। ਦੋਨੋਂ ਹੀ, ਇੱਕ ਜਿਹੜੇ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਹੈਗੇ ਆ ਉਹ ਵੀ ਪ੍ਰੋਪਰ ਲੱਗਣਗੇ, ਠੀਕ ਹੈ। ਤੁਸੀਂ ਅਪਲਾਈ ਕਰ ਸਕਦੇ ਹੋ, ਪੂਰੀ ਜਸਟੀਫਿਕੇਸ਼ਨ ਦਿਓ। ਬਿਲਕੁਲ ਰਮਨੀਕ, ਸੋ ਦਰਸ਼ਕ ਦੀ ਕਾਲ ਲੈਣੇ ਆ ਤੇ ਦਰਸ਼ਕ ਤੋਂ ਸਵਾਲ ਜਾਣਦੇ ਆ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ ਜੀ? ਅਮਨਦੀਪ ਭਾਜੀ, ਨਾਮ ਪਟਿਆਲਾ ਤੋਂ ਗੱਲ ਕਰ ਰਿਹਾ। ਸਵਾਲ ਕੀ ਹੈ ਅਮਨਦੀਪ ਜੀ? ਮੈਮ ਮੇਰੀ ਨਾ ਬੀਏ ਕੀਤੀ, ਮਤਲਬ ਕਿ ਵਾਈਫ ਦੀ ਬੀਏ ਕੀਤੀ ਹੋਈ ਹੈ 2019 ਦੇ ਵਿੱਚ। 2019 ਚ, ਠੀਕ ਹੈ ਜੀ। ਹਾਂਜੀ। ਵਿਆਹ ਕਦੋਂ ਦਾ ਹੋਇਆ? ਕਿਵੇਂ? ਵਿਆਹ ਕਦੋਂ ਦਾ ਹੋਇਆ ਜੀ ਤੁਹਾਡਾ? 1 year old ਹੈ ਮੈਮ। 1 year old ਹੈ, ਠੀਕ ਹੈ ਜੀ। ਸੋ ਆਇਲਸ ਕਰ ਲਈ ਵਾਈਫ ਨੇ? ਆਇਲਸ ਜਾਂ ਪੀਟੀ ਕੁਝ ਕੀਤਾ? ਨਹੀਂ ਮੈਮ। ਨਹੀਂ ਕੀਤਾ। ਸੋ ਕੀ ਮਨ ਚ ਕੀ ਸਵਾਲ ਕੀ ਹੈ, ਇਕੱਠੇ ਜਾਣਾ ਚਾਹੁੰਦੇ ਹੋ? ਹਾਂਜੀ, ਯੂਕੇ ਦਾ ਪੁੱਛ ਰਿਹਾ। ਯੂਕੇ ਦਾ ਸੋਚਦੇ ਪਏ ਹੋ, ਇਕੱਠੇ ਜਾਣ ਦਾ ਸੋਚ ਰਹੇ ਹੋ ਵਿਦਆਊਟ ਆਇਲਸ। ਸੋ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ? ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਜਾਂ ਕਿਵੇਂ, ਜਾਂ +2? ਹਾਂਜੀ, ਬੈਚਲਰ ਕੀਤੀ ਹੋਈ ਹੈ ਜੀ। ਬੈਚਲਰ ਕੀਤੀ ਹੈ, ਠੀਕ ਹੈ ਜੀ। ਸੋ ਮੈਡਮ ਕੀ ਵਿਚਾਰ ਨੇ ਜੀ? ਜ਼ਰੂਰ ਰਮਨੀਕ ਜੀ ਤੁਹਾਡੇ ਸਵਾਲ ਦਾ ਜਵਾਬ ਜਿਹੜਾ ਜ਼ਰੂਰ ਦੇਣਗੇ। ਮੈਡਮ ਕੀ ਲੱਗਦਾ ਹੈ, ਜਾ ਸਕਦੇ ਨੇ ਸਾਡੇ ਜਿਹੜੇ ਵਿਦਿਆਰਥੀ, ਸਾਡੇ ਦਰਸ਼ਕ ਯੂਕੇ ਜਾਣਾ ਚਾਹੁੰਦੇ ਨੇ? ਹਾਂਜੀ, ਬਿਲਕੁਲ ਜਾ ਸਕਦੇ ਨੇ, ਕਿਉਂਕਿ ਦੇਖੋ ਉਹਨਾਂ ਨੇ ਗ੍ਰੈਜੂਏਸ਼ਨ ਇੱਕ ਤਾਂ ਬਹੁਤ ਵਧੀਆ, ਉਹਨਾਂ ਦੇ ਓਵਰਆਲ ਜਿਹੜੇ ਮਾਰਕਸ ਆ ਉਹ ਵੀ ਬਹੁਤ ਵਧੀਆ ਹੈਗੇ ਨੇ, ਹੈ ਨਾ। ਤੇ ਜਿੱਦਾਂ ਉਹਨਾਂ ਨੇ ਦੱਸਿਆ ਕਿ 80% ਮਾਰਕਸ ਮੇਰੇ ਹੈਗੇ ਆ ਇੰਗਲਿਸ਼ ਦੇ ਵਿੱਚ, 70% ਉਹਨਾਂ ਨੇ ਓਵਰਆਲ ਲਿੱਤੇ ਹੋਏ ਆ, ਤੇ ਬਹੁਤ ਈਜ਼ੀਲੀ ਉਹ ਮਾਸਟਰ ਜਿਹੜੀ ਹੈਗੀ ਡਿਗਰੀ ਉਹਦੇ ਵਾਸਤੇ ਅਪਲਾਈ ਕਰ ਸਕਦੇ। ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ, ਕਿਉਂਕਿ ਜੋ ਤੁਸੀਂ ਮਾਸਟਰ ਵਾਸਤੇ ਅਪਲਾਈ ਕਰੋਗੇ ਤੁਸੀਂ ਸਪਾਊਸ ਵੀਜ਼ਾ ਨਾਲ ਈਜ਼ੀਲੀ ਬਾਹਰ ਜਾ ਸਕਦੇ ਹੋ। ਬਿਲਕੁਲ। ਸੋ ਤੁਸੀਂ ਮੇਨ ਟੇਕ ਹੈਗਾ ਆਪਣੇ ਕੋਲ, ਉਹਦੇ ਲਈ ਤੁਸੀਂ ਅਪਲਾਈ ਕਰੋ। ਬਿਲਕੁਲ। ਸੋ ਮੇਨ ਟੇਕ ਜਿਹੜਾ ਹੈ ਲਾਸਟ ਕਗਾਰ ਦੇ ਉੱਤੇ ਹੈਗਾ, ਬਹੁਤ ਘੱਟ ਸੀਟਾਂ ਜਿਹੜੀਆਂ ਨੇ ਮੇਨ ਟੇਕ ਦੀਆਂ ਅਵੇਲੇਬਲ ਹੈਗੀਆਂ ਨੇ। ਜੈਨ ਇਨਟੇਕ ਨਿਕਲ ਗਿਆ, ਸੋ ਬਿਲਕੁਲ ਵੀ ਦੇਰੀ ਨਾ ਕਰੋ ਤੇ ਆਪਣਾ ਜਿਹੜਾ ਅਪਲਾਈ, ਜਿਹੜੀ ਐਪਲੀਕੇਸ਼ਨ ਹੈ ਉਹ ਅਪਲਾਈ ਕਰੋ। ਸੋ ਇਨਟੇਕ ਕਿਹੜੇ ਅਵੇਲੇਬਲ ਨੇ ਇਸ ਟਾਈਮ ਦੇ ਉੱਤੇ? ਇਨਟੇਕ ਆਪਣੇ ਕੋਲ ਅਪ੍ਰੈਲ ਮਈ 2 ਇਨਟੇਕ ਹਲੇ ਅਵੇਲੇਬਲ ਹੈਗੇ ਆ, ਕਿ ਤੁਸੀਂ ਹਲੇ ਆਪਣੇ ਕੋਲ ਆਪਾਂ ਗੈਪ ਕਿਉਂ ਵਧਾਉਣਾ, ਹਨਾ। ਤੁਸੀਂ ਅਪਲਾਈ ਕਰੋ, ਹੁਣੀ ਅਪਲਾਈ ਕਰੋਗੇ, ਜੈਨੂਇਨ ਡਾਕੂਮੈਂਟ ਨਾਲ ਸਾਰਾ ਕੁਝ ਤੁਹਾਡਾ ਲਗਾਵਾਂਗੇ, ਬਹੁਤ ਜਲਦੀ ਤੁਹਾਡੇ। ਤੇ ਜੇ ਗੱਲ ਕਰਾਂ ਵੀ ਉਹੀ ਗੱਲ, ਪਿਛਲਾ ਸ਼ੋਅ ਵੀ ਅਸੀਂ ਕੀਤਾ ਸੀ, ਸਾਡੇ ਦਰਸ਼ਕਾਂ ਨੇ ਜੇਕਰ ਵੇਖਿਆ ਹੋਵੇ ਤਾਂ ਕਈ ਸਾਡੇ ਐਸੇ ਦਰਸ਼ਕ ਨੇ ਜਿਹੜੇ ਸਾਡੇ ਨਾਲ ਅੱਜ ਜੁੜੇ ਨੇ, ਉਹਨਾਂ ਨੂੰ ਸਾਡੇ ਪਿਛਲੇ ਸ਼ੋਅ ਬਾਰੇ ਕੁਝ ਖਾਸ ਜਾਣਕਾਰੀ ਨਹੀਂ ਹੋਊਗੀ। ਸੋ ਵਿਆਹ ਹੋ ਗਿਆ, ਗੈਪ ਹੋ ਗਿਆ 2019 ਵਾਲਾ, ਜਿਵੇਂ ਮੰਨ ਲਓ ਬੱਚਾ ਸੀਗਾ 2020 2021, ਸੋ ਗੈਪ ਪੈ ਗਿਆ, 2-3 ਸਾਲਾਂ ਦਾ ਗੈਪ ਪੈ ਚੁੱਕਿਆ ਵਾ ਉਹ ਬੱਚੇ ਦਾ। ਸੋ ਅਪਲਾਈ ਕਰ ਦੂਗਾ ਹੁਣ, ਜਿਹੜਾ ਮੇਨ ਟੇਕ ਅਪਲਾਈ ਕਰੂਗਾ, ਵੀਜ਼ਾ ਦਿਵਾਓਗੇ ਬੱਚੇ ਨੂੰ? ਬਿਲਕੁਲ ਜੀ, ਬਿਲਕੁਲ ਦਿਵਾਵਾਂਗੇ। ਉਹ ਬੱਚਾ ਆਪਣਾ ਪ੍ਰੋਪਰ ਸਾਰਾ ਕੁਝ ਡਾਕੂਮੈਂਟ ਸਾਡੇ ਕੋਲ ਲੈ ਕੇ ਆਣ, ਸਾਨੂੰ ਦਿਖਾਣ ਗੈਪ ਕਿਉਂ ਸੀ, ਹੈ ਨਾ, ਕੀ ਕੀਤਾ ਉਹਨਾਂ ਨੇ, ਕੀ ਨਹੀਂ ਕੀਤਾ। ਮੰਨ ਲਓ ਮਾਰਚ, ਆਪਾਂ ਜਿਹੜਾ ਅਪ੍ਰੈਲ ਹੈ ਜਾਂ ਮਈ ਵਿੱਚ ਚੱਲ ਰਹੇ ਹੈਗੇ ਆ ਵੀ, ਉਹਦੇ ਲਈ ਅਸੀਂ ਅਪਲਾਈ ਕਰਵਾਵਾਂਗੇ, ਪਰ ਬੱਚਾ ਸਾਡੇ ਕੋਲ ਆਏਗਾ, ਜਦ ਤੱਕ ਉਹ ਡਾਕੂਮੈਂਟ ਨਹੀਂ ਦਿਖਾਏਗਾ ਤੇ ਸਾਨੂੰ ਕਿਵੇਂ ਪਤਾ ਲੱਗੇਗਾ? ਬਿਲਕੁਲ। ਸੋ ਸਕਰੀਨ ਦੇ ਉੱਤੇ ਨੰਬਰ ਜਿਹੜਾ ਲਗਾਤਾਰ ਫਲੈਸ਼ ਹੋ ਰਿਹਾ, ਕਾਲ ਕਰ ਸਕਦੇ ਹੋ, ਸਾਡੇ ਸ਼ੋਅ ਦੇ ਸ਼ਮੂਲੀਅਤ ਹਾਸਲ ਕਰ ਸਕਦੇ ਹੋ। ਦਰਸ਼ਕਾਂ ਦੀ ਬਹੁਤ ਸਾਰੀਆਂ ਕਾਲਸ ਆਈਆਂ ਨੇ, ਪਿੱਛੇ ਜੇ ਕਾਲਸ ਹੁਣੇ ਹਾਲ ਵਿੱਚ ਮਿਸ ਵੀ ਹੋ ਗਈਆਂ ਨੇ। ਸੋ ਤੁਸੀਂ ਕਾਲ ਕਰਨਾ ਬੰਦ ਨਾ ਕਰੋ, ਕਾਲ ਕਰੋ, ਤੇ ਜਦੋਂ ਵੀ ਕਾਲ ਕਰਦੇ ਹੋ ਨੇ ਰਿਕੁਐਸਟ ਹੈ, ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਪਲੀਜ਼ ਟੀਵੀ ਦੀ ਆਵਾਜ਼ ਘਟਾ ਦਿਆ ਕਰੋ, ਨੈਟਵਰਕ ਦੇ ਵਿੱਚ ਆ ਕੇ ਕਾਲ ਕਰਿਆ ਕਰੋ, ਤੇ ਸ਼ਾਰਟਕਟ ਵੱਲ ਬਿਲਕੁਲ ਵੀ ਨਾ ਭੱਜਿਆ ਕਰੋ। ਸਹੀ ਤੇ ਸਟੀਕ ਜਾਣਕਾਰੀ ਲਿਆ ਕਰੋ, ਤਾਂ ਕਿ ਤੁਹਾਡਾ ਜਿਹੜਾ ਫਿਊਚਰ ਹੈ ਉਹਦੇ ਨਾਲ ਕੋਈ ਵੀ ਇਮੀਗ੍ਰੇਸ਼ਨ ਵਾਲਾ ਖੇਡ ਨਾ ਸਕੇ, ਤੁਹਾਨੂੰ ਸਹੀ ਜਿਹੜੀ ਬਣਦੀ ਜਾਣਕਾਰੀ ਉਹ ਮਿਲੇ। ਇਸੇ ਕਰਕੇ ਖਾਸ ਪ੍ਰੋਗਰਾਮ ਚਲਾਉਂਦੇ ਹਾਂ। ਸੋ ਯੂਕੇ ਵੱਲ ਨੂੰ ਥੋੜਾ ਜਿਹਾ ਹੋ ਜਾਈਏ, ਲੇਕਿਨ ਪਹਿਲਾਂ ਦਰਸ਼ਕ ਦੀ ਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਨਾਮ ਕੀ ਹੈ ਜੀ, ਕਿੱਥੋਂ ਬੋਲ ਰਹੇ ਹੋ? ਮੈਮ ਪਰਮਿੰਦਰ ਗੱਲ ਕਰ ਰਹਾ ਜੀ, ਮਾਨਸਾ ਤੋਂ। ਮਾਨਸਾ ਤੋਂ, ਹਾਂਜੀ। ਕੀ ਸਵਾਲ ਹੈ ਧਰਮਿੰਦਰ ਜੀ? ਮੈਮ +2 ਕੀਤੀ ਹੈ 2016 ਚ ਕੀਤੀ ਸੀ, ਆਰਟਸ ਦੇ ਵਿੱਚ, ਤੇ 2016 2021 ਗੈਪ ਬਹੁਤ ਪੈ ਗਿਆ। ਕੀ ਕੀਤਾ ਸਰ ਇਹਨਾਂ ਟਾਈਮ ਦੇ ਵਿੱਚ? ਮੈਮ ਕੀਤਾ ਤਾਂ ਕੁਝ ਨਹੀਂ, ਘਰੇ ਹੀ ਰਹੇ? ਹਾਂਜੀ। ਤੇ ਹੁਣ ਕੀ ਚਾਹੁੰਦੇ ਹੋ? ਮੇਰਾ ਕਿਸੇ ਯੂਰਪ ਕੰਟਰੀ ਦਾ ਵੀਜ਼ਾ ਅਪਲਾਈ ਹੋ ਸਕਦਾ ਹੈ? ਯੂਰਪ ਕੰਟਰੀ ਦਾ, ਓਕੇ, ਵਿਦਆਊਟ ਆਇਲਸ। ਨੰਬਰ ਕਿੰਨੇ ਸੀ +2 ਦੇ ਵਿੱਚ? ਕਾਲ ਡਿਸਕਨੈਕਟ ਹੋ ਗਿਆ। 2016 +2 ਕੀਤੀ ਹੈ, ਗੈਪ ਕਾਫੀ ਪੈ ਗਿਆ, ਯੂਰਪ ਕੰਟਰੀ ਹੋ ਸਕਦਾ ਹੈ ਕੁਝ?
ਹਾਂਜੀ ਯੂਰਪ ਦਾ ਹੀ ਹੋ ਸਕਦਾ, ਕਿਉਂਕਿ ਤੁਹਾਨੂੰ ਪਤਾ ਹੈ ਜਿਹੜਾ ਕੈਨੇਡਾ ਜਾਂ ਆਸਟ੍ਰੇਲੀਆ ਦੀ ਮੈਂ ਗੱਲ ਕਰਾਂ, ਬਹੁਤ ਗੈਪ ਹੈ। ਪਹਿਲੀ ਗੱਲ ਤਾਂ ਉਹਨਾਂ ਨੇ ਕੁਝ ਕੀਤਾ ਹੀ ਨਹੀਂ। ਹੁਣ 2016 ਤੋਂ ਲੈ ਕੇ 21 ਆ ਗਿਆ, ਇੱਦਾਂ ਦੇ ਵੀ ਬੜੇ ਬੱਚੇ ਨੇ ਜਿਹੜੇ ਅਪਲਾਈ ਕਰ ਰਹੇ, ਜਿਨ੍ਹਾਂ ਕੋਲ ਸਾਰਾ ਕੁਝ ਹੈਗਾ, ਜਿਹੜੇ ਜੌਬ ਟਿਲ ਹੁਣ ਤੱਕ ਵੀ ਜੌਬ ਕਰਦੇ ਪਏ ਨੇ, ਹਨਾ। ਗੈਪ ਬਹੁਤ ਹੈਗਾ, ਤੇ ਤੁਸੀਂ, ਮੈਂ ਤੁਹਾਨੂੰ ਇਹੀ ਸੁਜੈਸਟ ਕਰਾਂਗੀ ਕਿ ਤੁਸੀਂ ਬਾਕੀ ਕੰਟਰੀ ਨਾਲੋਂ ਤੁਸੀਂ ਯੂਰਪ ਇਜ਼ ਅ ਬੈਸਟ ਆਪਸ਼ਨ ਹੈਗਾ ਤੁਹਾਡੇ ਲਈ, ਤੁਸੀਂ ਉਹਦੇ ਲਈ ਹੀ ਅਪਲਾਈ ਕਰੋ, ਠੀਕ ਹੈ। ਹੁਣ ਵੀ ਹੱਲੇ ਵੀ ਆਪਣਾ ਗੈਪ ਨਾ ਵਧਾਓ। ਹੱਲੇ ਤੁਸੀਂ ਕਾਲ ਕਰਕੇ ਸਾਨੂੰ ਪੁੱਛ ਰਹੇ ਹੋ, ਤੁਸੀਂ ਆਓ, ਆਪਣੇ ਡਾਕੂਮੈਂਟਸ ਲੈ ਕੇ ਆਓ, ਕਿਉਂਕਿ ਜਦ ਤੱਕ ਹਲੇ ਤੱਕ ਤੁਸੀਂ ਇਹੀ ਨਹੀਂ ਸੋਚਿਆ ਕਿ ਮੈਂ ਕਦੋਂ ਜਾਵਾਂਗਾ, ਹਲੇ ਉਹਨਾਂ ਨੂੰ ਇਹੀ ਕਨਫਰਮ ਨਹੀਂ ਹੈ ਕਿ ਯੂਰਪ ਦਾ ਹੋ ਵੀ ਜਾਊਗਾ ਕਿ ਨਹੀਂ ਹੋ ਜਾਊਗਾ। ਸੋ ਚਲੋ ਕੋਈ ਗੱਲ ਨਹੀਂ, ਲੇਟ ਦੇਰ ਆਏ ਦਰੁਸਤ ਆਏ, ਕੋਈ ਦਿੱਕਤ ਨਹੀਂ ਹੈਗੀ। ਜੇਕਰ ਤੁਸੀਂ ਕਾਲ ਕੀਤਾ ਪ੍ਰੋਗਰਾਮ ਤੋਂ ਬਾਅਦ ਵੀ ਕਾਲ ਕਰ ਲਿਓ, ਆਪਣੇ ਡਾਕੂਮੈਂਟ ਜਿਹੜੇ ਆ ਉਹ WhatsApp ਕਰ ਦਿਓ। ਸਵਾਲ ਜਵਾਬ ਜਿਹੜੇ ਇਸੇ ਤਰੀਕੇ ਦੇ ਨਾਲ ਚੱਲਦੇ ਰਹਿਣਗੇ, ਸੋ ਕੋਈ ਘਬਰਾਉਣ ਵਾਲੀ ਗੱਲ ਨਹੀਂ। ਆ ਜਾਣ, ਲੱਗੂਗਾ ਯੂਰਪ ਦਾ ਬਣ ਸਕਦਾ, ਬਿਲਕੁਲ ਲੱਗੂਗਾ। ਬਹੁਤ ਸਾਰੀ ਪੋਲੈਂਡ ਯੂਰਪ ਦੀ ਆਪਣੀ ਕੰਟਰੀ, ਉਹਦੇ ਲਈ ਅਪਲਾਈ ਕਰ ਸਕਦੇ ਨੇ, ਹਨਾ। ਵੀ ਜਦ ਤੱਕ ਦੇਖੋ ਘਰ ਬਹਿ ਕੇ ਬੱਚਾ, ਪਹਿਲੀ ਗੱਲ ਤੇ ਮਨਦੀਪ ਜੀ ਮੈਂ ਗੱਲ ਕਰਾਂ, ਬੱਚਾ ਘਰ ਬਹਿ ਕੇ ਇਹੀ ਸੋਚਦਾ ਰਹਿੰਦਾ ਕਿ ਮੈਂ ਅਪਲਾਈ ਕਰਾਂ ਕਿ ਨਾ ਕਰਾਂ, ਮੈਂ ਯੂਰਪ ਜਾਣ ਲਈ ਐਲੀਜੀਬਲ ਹੈਗਾ ਕਿ ਨਹੀਂ। ਇਹ ਵੀ ਬਹੁਤ ਜ਼ਰੂਰੀ ਹੈ, ਦਰਸ਼ਕ ਨੂੰ ਸੁਣਨਾ ਬਹੁਤ ਜ਼ਰੂਰੀ ਹੈ, ਪਰਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੇ ਇਮੀਗ੍ਰੇਸ਼ਨ ਵਾਲੇ ਆਉਂਦੇ ਨੇ, ਉਹ ਆਪੋ ਆਪਣੀਆਂ ਗੱਲਾਂ ਕਹਿ ਜਾਂਦੇ ਨੇ। ਸੋ ਦਰਸ਼ਕ ਕਨਫਿਊਜ਼ ਹੋ ਜਾਂਦਾ ਵੀ ਪਤਾ ਨਹੀਂ ਮੈਨੂੰ ਰਾਈਟ ਮੇਰੇ ਵਾਸਤੇ ਪਾਥ ਕਿਹੜਾ ਹੈ, ਮੈਨੂੰ ਕਿੱਧਰ ਨੂੰ ਜਾਣਾ ਚਾਹੀਦਾ। ਹੁਣ ਇਹੀ ਸਾਡੇ ਦਰਸ਼ਕ ਨੂੰ ਕੋਈ, ਜਿੱਦਾਂ ਹੁਣੇ ਸਾਨੂੰ ਕਾਲ ਆਈ ਸੀ, ਇਹਨਾਂ ਨੂੰ ਕਿਸੇ ਨੇ ਕਹਿਤਾ ਨਾ ਵੀ ਭਾਵੇਂ ਤੇਰਾ 5-6 ਸਾਲ ਦਾ ਗੈਪ ਹੈ, ਤੁਸੀਂ ਕੁਛ ਨਹੀਂ ਕੀਤਾ, ਤੈਨੂੰ ਕੈਨੇਡਾ ਭੇਜ ਦਾਂਗੇ, ਉਹ ਵਿਚਾਰਾ ਉਹ ਸੁਣਨਾ ਚਾਹੁੰਦਾ ਉਹ ਚੀਜ਼ ਨੂੰ, ਉਹ ਫਟਾਫਟ ਉਧਰ ਨੂੰ ਜਾਊਗਾ। ਬਟ ਰਿਐਲਿਟੀ ਵੱਲ ਨੂੰ ਦੇਖੋ ਵੀ ਤੁਹਾਡਾ ਯੂਰਪ ਦਾ ਜੇ ਬਣ ਸਕਦਾ ਤਾਂ ਤੁਸੀਂ ਉਧਰਲੇ ਪਾਸੇ ਨੂੰ ਜਿਹੜਾ ਅਗਰਸਰ ਹੋ। ਸੋ ਦਰਸ਼ਕ ਇੱਕ ਹੋਰ ਨਾਲ ਜੁੜੇ ਨੇ। ਹੈਲੋ, ਕਾਲ ਡਿਸਕਨੈਕਟ ਹੋ ਗਿਆ ਜੀ। ਸੋ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲਿਓ, ਸਵਾਲ ਜਵਾਬ ਇਦਾਂ ਹੀ ਚੱਲਦੇ ਰਹਿਣਗੇ। ਤੁਹਾਡੇ ਜਿਹੜੇ ਸਵਾਲ ਆ ਉਹਨਾਂ ਦਾ ਜਵਾਬ ਅਸੀਂ ਰਲ ਮਿਲ ਕੇ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਸਪਾਊਸ ਕਿਹੜਾ ਅਪਲਾਈ ਕਰ ਸਕਦਾ ਹੈ ਤੇ ਕਿਹੜੀ ਕੰਟਰੀ ਦਾ ਅਪਲਾਈ ਕਰ ਸਕਦਾ ਹੈ, ਸਵਾਲ ਦਾ ਜਵਾਬ। ਲੇਕਿਨ ਦਰਸ਼ਕ, ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਨਾਮ ਕੀ ਹੈ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਹਰਿੰਦਰ ਗੱਲ ਕਰ ਰਿਹਾ ਸੰਗਰੂਰ ਤੋਂ ਜੀ। ਠੀਕ ਹੈ ਜੀ ਹਰਿੰਦਰ ਜੀ, ਸਵਾਲ ਕੀ ਹੈ? ਮੈਂ ਨਾ +2 ਕੀਤੀ ਹੋਈ ਆ 2019 ਵਿੱਚ। +2 2019, ਠੀਕ ਹੈ ਜੀ। ਰੀਸੈਂਟਲੀ ਪਾਸ ਆਊਟ ਹੋ ਫਿਰ ਤਾਂ ਤੁਸੀਂ, ਠੀਕ ਹੈ। ਸੋ ਆਇਲਸ ਕੀਤੀ ਹੈ ਜੀ? ਹਾਂਜੀ ਆਇਲਸ ਕੀਤੀ ਹੈ ਮੈਮ, ਓਵਰਆਲ 6 ਨੇ ਤੇ 2 ਤੋਂ 5.5 ਨੇ। 2 ਚੋਂ 5.5 ਨੇ। ਸੋ ਕੀ ਸਵਾਲ ਹੈਗਾ? ਮੈਂ ਪੁੱਛਣਾ ਸੀਗਾ ਕਿ ਆਸਟ੍ਰੇਲੀਆ ਦੇ ਵਿੱਚ ਅਰਲੀ ਚਾਈਲਡਹੁੱਡ ਦਾ ਪ੍ਰੋਗਰਾਮ ਮਿਲ ਸਕਦਾ ਮੈਨੂੰ? ਬੱਚੇ ਸਾਡੇ ਦਰਸ਼ਕ ਬਹੁਤ ਹੁਸ਼ਿਆਰ ਹੋ ਚੁੱਕੇ ਨੇ, ਜਿੱਦਾਂ ਪਹਿਲਾਂ ਵੀ ਸਾਨੂੰ ਸਾਡੇ ਦਰਸ਼ਕ ਦੀ ਕਾਲ ਆਈ। ਸੋ ਬਿਲਕੁਲ ਰਮਨੀਕ ਜੀ ਤੁਹਾਡੇ ਸਵਾਲ ਦਾ ਜਵਾਬ ਜਿਹੜਾ ਜ਼ਰੂਰ ਦੇਣਗੇ। ਦਰਸ਼ਕ ਜਿੱਦਾਂ ਮੈਂ ਕਹਿ ਰਹੀ ਸੀ ਬੜੇ ਹੁਸ਼ਿਆਰ ਹੋ ਚੁੱਕੇ ਨੇ ਨਾ, ਉਹ ਖੁਦ ਸਰਚ ਕਰਨ ਲੱਗ ਗਏ ਨੇ, ਖੁਦ ਪੜਨ ਲੱਗ ਗਏ ਨੇ, ਖੁਦ ਜਾਣਨ ਪਰਖਣ ਲੱਗ ਗਏ ਨੇ ਕਿ ਹਾਂ ਮੇਰੀ ਪ੍ਰੋਫਾਈਲ ਨਾਲ ਇਹ ਕੋਰਸ ਸੁਟੇਬਲ ਹੋ ਸਕਦਾ ਹੈ। ਸੋ ਕੀ ਕਹੋਗੇ? ਅੱਜ ਕੱਲ ਗੂਗਲ ਤੇ ਬਹੁਤ ਕੁਝ ਹੈਗਾ ਹੈ ਨਾ, ਬੱਚੇ ਉਹਦੇ ਤੋਂ ਹੀ ਦੇਖ ਲੈਂਦੇ ਕਿ ਆਪਾਂ ਕਿਹੜੇ ਕੋਰਸ ਲਈ ਐਲੀਜੀਬਲ ਹੈਗੇ ਆ, ਵੀ ਉਹ ਇਸ ਕਰਕੇ ਆਪਣੇ ਆਪ ਹੀ ਸੋਚ ਲੈਂਦੇ ਆ। ਤੇ ਮੈਂ ਇਹੀ ਗੱਲ ਕਹੂੰਗੀ ਕਿ ਜਿਨ੍ਹਾਂ ਬੱਚਿਆਂ ਨੇ, ਹੁਣ ਜਿੱਦਾਂ ਇਹਨਾਂ ਦਾ ਕੋਰਸ ਸੀਗਾ, ਇਹਨਾਂ ਨੇ +2, ਕਈ ਬੱਚੇ ਆਪਣੇ ਆਪ 'ਚ ਹੀ ਜ਼ਿਆਦਾ ਐਕਸਪਰਟ ਬਣ ਜਾਂਦੇ ਨੇ, ਪਰ ਇਹ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਗੂਗਲ ਹਮੇਸ਼ਾ ਜ਼ਰੂਰੀ ਨਹੀਂ ਹੈ ਤੁਹਾਨੂੰ ਸਹੀ ਇਨਫੋਰਮੇਸ਼ਨ ਦੇਵੇ। ਸੋ ਖਾਸ ਐਕਸਪਰਟ ਜਿਹੜਾ ਉਹ ਤੁਹਾਨੂੰ ਸਹੀ ਜਿਹੜੀ ਰਾਏ ਆ ਉਹ ਦੇ ਸਕਦਾ। ਸੋ ਕੀ ਕਹੋਗੇ ਜਦੋਂ ਦਰਸ਼ਕ ਇਹਨਾਂ ਨੇ +2 ਆਰਟਸ ਤੋਂ ਕੀਤੀ ਹੋਈ ਹੈ ਹਨਾ, ਅਗਰ ਜਿਨ੍ਹਾਂ ਬੱਚਿਆਂ ਨੇ, ਮੈਂ ਇਹ ਕਹੂੰਗੀ ਜਿਨ੍ਹਾਂ ਬੱਚਿਆਂ ਨੇ +2 ਆਰਟਸ ਤੋਂ ਕੀਤੀ ਹੈ ਜਾਂ ਮੈਡੀਕਲ ਤੋਂ ਕੀਤੀ ਹੈ, ਉਹਨਾਂ ਵਾਸਤੇ ਡੈਫੀਨੇਟਲੀ ਜਿਹੜੇ ਅਰਲੀ ਚਾਈਲਡਹੁੱਡ ਕੇਅਰ ਦੇ ਕੋਰਸਿਸ ਹੈਗੇ ਆ ਉਹ ਅਵੇਲੇਬਲ ਹੈਗੇ ਆ, ਤਾਂ ਬਿਲਕੁਲ ਉਹ ਅਪਲਾਈ ਕਰ ਸਕਦੇ ਹੈਗੇ ਆ। ਹੋਰ ਵੀ ਬੜੇ ਸਾਰੇ ਕੋਰਸ ਹੈਗੇ ਆ ਹੈਲਥ ਕੇਅਰ ਨੂੰ ਲੈ ਕੇ, ਹਨਾ, ਤੁਸੀਂ ਉਹਦੇ ਲਈ ਵੀ ਅਪਲਾਈ ਕਰ ਸਕਦੇ ਹੋ। ਪਰ ਉਹਦੇ ਲਈ ਤੁਹਾਨੂੰ ਆਉਣਾ ਪਏਗਾ, ਆਪਣੇ ਡਾਕੂਮੈਂਟ ਦਿਖਾਣੇ ਪੈਣਗੇ। ਮੈਂ ਬਾਰ-ਬਾਰ ਇੱਕ ਹੀ ਗੱਲ ਕਹਿਨੀ ਆ ਕਿ ਤੁਸੀਂ ਆਓ, ਆਪਣੇ ਡਾਕੂਮੈਂਟ ਲੈ ਕੇ ਆਓ। ਇੱਥੇ ਤੁਹਾਨੂੰ ਪ੍ਰੋਪਰ ਜਿਹੜੇ ਸਾਡੇ ਐਕਸਪਰਟ ਆਪਾਂ ਬੈਠੇ ਹੈਗੇ ਆ, ਤੁਹਾਨੂੰ ਗਾਈਡ ਕਰਾਂਗੇ ਕਿ ਤੁਸੀਂ ਕਿਹੜਾ ਕੋਰਸ ਲੈ ਸਕਦੇ ਹੋ। ਤੁਸੀਂ ਖੁਦ ਨਾ ਬਹਿ ਕੇ ਸੋਚੋ ਕਿ ਅਸੀਂ ਇਹ ਕੋਰਸ ਲਈ ਇਹੀ ਲੈਣਾ ਵਾ, ਹੋਰ ਵੀ ਹੋ ਸਕਦਾ ਤੁਹਾਨੂੰ ਆਪਾਂ ਬੈਟਰ ਆਪਸ਼ਨ ਦੇ ਦਈਏ। ਸੋ ਜਿਹੜਾ ਤੁਹਾਡੇ ਫਿਊਚਰ 'ਚ, ਤੁਹਾਡੇ ਭਵਿੱਖ ਦੇ 'ਚ ਤੁਹਾਡੀ ਹੈਲਪ ਕਰੇ, ਹੋ ਸਕਦਾ ਉਹ ਵੀ ਕੋਰਸ ਜਿਹੜੇ ਇਹਨਾਂ ਦੇ ਕੋਲ ਅਵੇਲੇਬਲ ਹੋਣ। ਸੋ ਆਪੇ ਇਹਨੇ ਹੁਸ਼ਿਆਰ ਬਣੋ, ਜਾਗਰੂਕ ਬਣੋ। ਸੋ ਦਰਸ਼ਕਾਂ ਦੀ ਜਿਹੜੀ ਕਤਾਰ ਹੈ ਉਹ ਲੱਗੀ ਹੋਈ ਹੈ, ਅਗਲੇ ਦਰਸ਼ਕ ਦੀ ਕਾਲ ਲਵਾਂਗੇ। ਲੇਕਿਨ ਉਸ ਤੋਂ ਪਹਿਲਾਂ ਸਵਾਲ ਜਿਹੜਾ ਮੇਨ ਇਹ ਹੈਗਾ ਵੀ ਹੁਣ ਅਪਲਾਈ UK ਵਾਸਤੇ ਜਿਹੜੇ ਦਰਸ਼ਕਾਂ ਨੇ ਕਰਨਾ, ਜਿਹੜੇ ਵਿਦਿਆਰਥੀਆਂ ਨੇ ਕਰਨਾ, ਸੋ ਸਪਾਊਸ ਲਈ ਅਪਲਾਈ ਕਰਨਾ, ਕਿਹੜਾ ਇਨਟੇਕ ਉਹਨਾਂ ਵਾਸਤੇ ਅਵੇਲੇਬਲ ਹੈਗਾ? ਕਿਉਂਕਿ ਅਸੀਂ, ਮੈਂ ਗੱਲ ਕਰਾਂ ਤਾਂ 3 ਮੁਲਕਾਂ ਦੀ ਗੱਲ ਕਰ ਰਹੇ ਹਾਂ, UK ਦੀ ਵੀ ਗੱਲ ਕਰ ਰਹੇ ਹਾਂ, ਆਸਟ੍ਰੇਲੀਆ ਦੀ ਵੀ ਕਰ ਰਹੇ ਹਾਂ, ਕੈਨੇਡਾ ਦੀ ਵੀ ਕਰ ਰਹੇ ਹਾਂ। ਸੋ ਦਰਸ਼ਕ ਵੀ ਉਸੇ ਹਿਸਾਬ ਨਾਲ ਸਾਨੂੰ ਕਾਲ ਕਰ ਰਹੇ ਨੇ। ਜਿਵੇਂ UK ਦਾ ਕੁਐਸਚਨ ਆਇਆ ਸੀ, ਕਾਲ ਆਈ ਸੀ। ਸੋ ਜੇਕਰ ਕੋਈ ਜਾਣਕਾਰੀ ਹੋ ਸਕਦਾ ਅਧੂਰੀ ਰਹਿ ਗਈ ਹੋਵੇ ਤਾਂ ਉਸ ਵਾਸਤੇ ਮੈਂ ਪੁੱਛਣਾ ਚਾਹੂੰਗੀ ਵੀ UK ਸਪਾਊਸ। ਲੇਕਿਨ ਪਹਿਲਾਂ ਦਰਸ਼ਕ ਦੀ ਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ? ਮੈਮ ਮੈਂ ਨਾ ਆਪਣੇ GNM ਨਰਸਿੰਗ ਤੋਂ ਬਾਅਦ ਕੈਨੇਡਾ ਸਟੱਡੀ ਵੀਜ਼ਾ ਲਈ ਪੁੱਛਣਾ ਸੀਗਾ। GNM ਕਦੋਂ ਕੀਤੀ ਜੀ? ਮੈਮ 2019 ਦੇ ਵਿੱਚ ਕੀਤੀ ਹੋਈ ਹੈ। ਉਸ ਤੋਂ ਬਾਅਦ ਕੀ ਕੀਤਾ ਹੈ ਜੀ? ਆਈਲੈਟਸ ਕੀਤੀ ਹੋਈ ਹੈ ਮੈਮ, 6.5 ਬੈਂਡ ਨੇ, 3 ਮਹੀਨੇ ਦਾ ਐਕਸਪੀਰੀਅੰਸ ਹੈ, 3-4 ਮਹੀਨੇ। ਕਿਸੇ ਮੋਡਿਊਲ 5.5 ਬੈਂਡ ਹੈਗੇ ਨੇ?
ਮੈਮ ਇੱਕ ਜਣੇ ਲਿਸਨਿੰਗ ਚ ਨੇ 5.5 ਲਿਸਨਿੰਗ ਚ 5.5 ਬੈਂਡ ਨੇ। ਹਾਂਜੀ ਹਾਂਜੀ ਠੀਕ ਹੈ ਜੀ। ਸੋ ਕੈਨੇਡਾ ਬਾਰੇ ਪੁੱਛਣਾ ਚਾਹੁੰਦੇ ਹੋ? ਹਾਂਜੀ 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 ਠੀਕ ਹੈ ਜੀ। ਕੀ ਕਹੋਗੇ ਜੀ ਰਮਨੀਕ ਜੀ? ਕੈਨੇਡਾ ਬਾਰੇ ਇਹੀ ਗੱਲ ਕਰੂੰਗੀ ਕਿ ਕੈਨੇਡਾ ਵਿੱਚ ਬਹੁਤ ਸਾਰੇ ਹੈਲਥ ਕੇਅਰ ਕੋਰਸਿਸ ਨੇ। ਪਹਿਲਾਂ ਵੀ ਤੁਹਾਨੂੰ ਦੱਸਿਆ ਜਿਵੇਂ ਮੈਂ ਕਿ ਕੈਨੇਡਾ ਵਿੱਚ ਅਰਲੀ ਚਾਈਲਡਹੁੱਡ ਕੇਅਰ ਦੇ ਜਾਂ ਹੈਲਥ ਕੇਅਰ ਦੇ ਬਹੁਤ ਸਾਰੇ ਕੋਰਸ ਅਵੇਲੇਬਲ ਹੈਗੇ। ਤੁਸੀਂ ਉਹਦੇ ਲਈ ਅਪਲਾਈ ਕਰ ਸਕਦੇ ਹੋ, ਹੈਨਾ। ਤੁਸੀਂ ਆਓ ਅਪਲਾਈ ਕਰੋ, ਠੀਕ ਹੈ। ਹੁਣ ਜਿੱਦਾਂ ਇਹਨਾਂ ਅਪਲਾਈ ਨੇ ਕਰ ਸਕਦੇ ਹੋ। ਅਗਲੇ ਦਰਸ਼ਕ ਨਾਲ ਜੁੜੇ ਨੇ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਕੀ ਹੈ ਜੀ? ਮੇਰਾ ਰਾਜਵੀਰ ਨਾਮ ਹੈ ਜੀ, ਤੇ ਮੈਂ ਪ੍ਰੋਗਰਾਮ ਤੁਹਾਡਾ ਦੇਖ ਰਿਹਾ ਸੀ। ਹਾਂਜੀ ਰਾਜਵੀਰ ਜੀ। ਇਹ ਪੁੱਛਣਾ ਸੀ ਜੀ, ਮੇਰੀ ਵਾਈਫ ਨੇ ਨਾ ਜੀ ਆਪਣੇ ਆਇਲਸ ਕਰ ਰਹੀ ਹੈ ਤੇ ਕਰ ਰਹੀ ਹੈ। ਗ੍ਰੈਜੂਏਸ਼ਨ ਕੀਤੀ ਹੈ 2019 ਚ। ਠੀਕ ਹੈ ਜੀ। ਤੇ ਮੈਂ ਇਹ ਪੁੱਛਣਾ ਕਿ ਅਸੀਂ ਜਾਣਾ ਚਾਹੁੰਦੇ ਹਾਂ ਇਕੱਠੇ ਜਾਣਾ ਚਾਹੁੰਦੇ ਹੋ? ਠੀਕ ਹੈ। ਹਾਂਜੀ ਹਾਂਜੀ। ਤੇ ਪ੍ਰੈਫਰੈਂਸ ਆਪਣੀ ਕੰਟਰੀ ਆ ਕੈਨੇਡਾ ਔਰ ਆਸਟ੍ਰੇਲੀਆ ਦੀ। Okay. ਪੋਸੀਬਲ ਹੈ ਕਿ ਨਹੀਂ ਹੈ? ਪੋਸੀਬਲ ਹੈ ਕਿ ਨਹੀਂ ਹੈ? ਓਕੇ। ਕੈਨੇਡਾ ਔਰ ਆਸਟ੍ਰੇਲੀਆ। ਨੰਬਰ ਕਿੰਨੇ ਨੇ ਵਾਈਫ ਦੇ? ਆਪਣੇ ਉਹਦੇ ਹੈਗੇ ਜੀ 71%। 71% ਨੇ। ਤੇ ਤੁਹਾਡੀ ਆਪਦੀ ਕੁਆਲੀਫਿਕੇਸ਼ਨ ਕੀ ਹੈ? ਮੈਂ ਜੀ ਸਿੰਪਲ ਗ੍ਰੈਜੂਏਸ਼ਨ ਕੀਤੀ ਹੈ। ਅੱਛਾ, ਗ੍ਰੈਜੂਏਸ਼ਨ ਕੀਤੀ ਹੈ। ਠੀਕ ਹੈ ਜੀ। ਸੋ ਕੀ ਕਹੋਗੇ ਮੈਡਮ? ਪ੍ਰੋਫਾਈਲ ਅੱਛੀ ਹੈ ਵੈਸੇ ਤਾਂ ਸਾਡੇ ਦਰਸ਼ਕ ਦੀ। ਬਿਲਕੁਲ ਜੀ, ਬਹੁਤ ਅੱਛੀ ਪ੍ਰੋਫਾਈਲ ਹੈਗੀ ਹੈ। ਪ੍ਰੈਫਰੈਂਸ ਹੈਗੀ ਹੈ ਕੈਨੇਡਾ ਤੇ ਆਸਟ੍ਰੇਲੀਆ, ਬੋਥ ਲਈ ਅਪਲਾਈ ਕਰ ਸਕਦੇ ਹੋ, ਹਨਾ। ਜਿਵੇਂ ਤੁਸੀਂ ਦੱਸਿਆ ਕਿ ਵਾਈਫ ਦੇ 71% ਜਿਹੜੇ ਓਵਰਆਲ ਮਾਰਕਸ ਹੈਗੇ ਆ, ਤੁਸੀਂ ਅੱਗੇ ਮੰਨ ਲਓ ਮਾਸਟਰਸ ਲਈ ਵੀ ਅਪਲਾਈ ਕਰ ਸਕਦੇ ਹੋ, ਹਨਾ। ਹਲੇ ਤੁਹਾਡੇ ਕੋਲ ਦੋਨੋਂ ਲਾਈਨਸ, ਦੋਨੋਂ ਹੀ ਆਪਸ਼ਨ ਬੜੇ ਵਧੀਆ ਜਿਹੜੇ ਨੇ। ਨੇ ਬਹੁਤ ਸਾਰੇ ਅਵੇਲੇਬਲ ਨੇ। ਸੋ ਮਾਫੀ ਉਹਨਾਂ ਦਰਸ਼ਕਾਂ ਨੂੰ ਜਿਨ੍ਹਾਂ ਦੀ ਅਸੀਂ ਕਾਲ ਨਹੀਂ ਚੁੱਕ ਪਾ ਰਹੇ। ਕਾਲ ਜਿਹੜੀ ਹੈ ਕਈ ਵਾਰ ਡਿਸਕਨੈਕਟ ਹੋ ਰਹੀ ਹੈ, ਸੋ ਉਸ ਵਾਸਤੇ ਤਹਿ ਦਿਲੋਂ ਮਾਫੀ। ਤੁਹਾਡੇ ਸਵਾਲ ਦਾ ਜਿਹੜਾ ਜਵਾਬ ਹੈ ਜ਼ਰੂਰ ਦਿੱਤਾ ਜਾਊਗਾ। ਪ੍ਰੋਗਰਾਮ ਤੋਂ ਬਾਅਦ ਵੀ ਜ਼ਰੂਰ ਕਾਲ ਕਰ ਸਕਦੇ ਹੋ। ਜਨਵਰੀ ਇਨਟੇਕ ਰਿਹਾ। ਯੂਕੇ ਨੇ ਬਹੁਤ ਸਾਰੇ ਜਿਹੜੇ ਸਟੂਡੈਂਟ ਸੀ ਸਟੱਡੀ ਵੀਜ਼ੇ ਲਈ ਗਏ। ਕਈ ਬੱਚਿਆਂ ਨੂੰ ਵਾਪਸ ਵੀ ਭੇਜ ਦਿੱਤਾ, ਕਈ ਬੱਚਿਆਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ। ਸੋ ਕੀ ਹੁਣ ਕੋਈ ਹੈਗਾ ਰਸਤਾ, ਕੋਈ ਅਪਲਾਈ ਕਰਨ ਦਾ ਕੋਈ ਰਾਹ? ਮੈਂ ਕਹੂੰਗੀ ਕੋਈ ਰਾਹਗੀਰ ਬਣ ਸਕਦੇ ਉਹਨਾਂ ਦੇ। ਬਿਲਕੁਲ ਰਾਹਗੀਰੀ ਬਣ ਸਕਦੇ, ਕਿਉਂਕਿ ਜਿਨ੍ਹਾਂ ਬੱਚਿਆਂ ਦੇ ਰਿਫਿਊਜ਼ਲਸ ਆਏ ਨੇ ਯੂਕੇ ਦੇ, ਉਹ ਹੁਣ ਅੱਗੇ ਸੈਪਟੈਂਬਰ ਲਈ ਅਪਲਾਈ ਕਰਨ, ਹਨਾ। ਆਪਾਂ ਕਿਉਂ ਸੋਚਣਾ ਕਿ ਆਪਾਂ ਅਪਲਾਈ ਨਹੀਂ ਕਰ ਸਕਦੇ? ਸਾਡੇ ਕੋਲ ਅੱਛੇ ਆਪਸ਼ਨਸ ਹੈਗੇ ਆ। ਤੁਸੀਂ ਕੈਨੇਡਾ, ਆਸਟ੍ਰੇਲੀਆ ਜਾਂ ਯੂਕੇ ਲਈ ਵੀ ਅਪਲਾਈ ਕਰ ਸਕਦੇ ਹੋ। ਸੈਪਟੈਂਬਰ ਇਨਟੇਕ ਪਿਆ ਆਪਣੇ ਕੋਲ। ਰਿਫਿਊਜ਼ਲ ਆਉਣ ਦਾ ਮੇਨ ਕਾਰਨ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਆਪਣਾ ਰਿਲੇਵੈਂਟ ਕੋਰਸ ਨਹੀਂ ਚੂਜ਼ ਕਰਦੇ ਜਾਂ ਤੁਹਾਡੀ ਐਸਓਪੀ ਵਿੱਚ ਕੋਈ ਮਿਸਟੇਕ ਹੁੰਦੀ ਹੈ। ਸਭ ਤੋਂ ਵੱਡਾ ਸਵਾਲ ਹੀ ਐਸਓਪੀ ਦਾ ਹੈ ਕਿ ਤੁਹਾਡੀ ਐਸਓਪੀ ਚ ਜਦੋਂ ਸਹੀ ਤਰੀਕੇ ਨਾਲ ਮੈਂਸ਼ਨ ਨਹੀਂ ਹੁੰਦਾ, ਕਿਉਂਕਿ ਆਪਾਂ ਕਿਸੇ ਵੀ ਕੰਸਲਟੈਂਟ ਕੋਲ ਚਲੇ ਜਾਂਦੇ ਹਾਂ, ਹਨਾ। ਮੇਨ ਹੀ ਤੁਹਾਡਾ ਸਾਰਾ ਕੁਝ ਦੇਖੋ, ਜਦੋਂ ਉਹਨਾਂ ਨੇ ਦੇਣਾ ਤੁਹਾਨੂੰ ਵੀਜ਼ਾ ਐਸਓਪੀ ਦੇ ਆਧਾਰ ਤੇ ਹੀ ਦੇਣਾ। ਤੁਹਾਡੀ ਪਹਿਲਾਂ ਐਸਓਪੀ ਪੜ੍ਹੀ ਜਾਏਗੀ ਕਿ ਤੁਹਾਡਾ ਗੈਪ ਹੈ ਜਾਂ ਤੁਸੀਂ ਕੀ ਕੀਤਾ ਹੈ ਕੀ ਨਹੀਂ ਕੀਤਾ, ਸਾਰਾ ਕੁਝ ਉਹਦੇ ਵਿੱਚ ਹੀ ਮੈਂਸ਼ਨ ਹੁੰਦਾ ਹੈ। ਇਸ ਲਈ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਤੁਹਾਡਾ ਇੰਟਰਸਟ ਕਿੱਧਰਲੇ ਪਾਸੇ ਹੈ, ਤੁਸੀਂ ਭਵਿੱਖ ਚ ਕੀ ਕਰਨਾ ਚਾਹੁੰਦੇ ਹੋ, ਹਨਾ। ਸੋ ਸਾਰੀਆਂ ਗੱਲਾਂ ਐਸਓਪੀ ਕਿਉਂਕਿ ਤੁਹਾਡਾ ਫਿਊਚਰ ਜਿਹੜਾ ਉਹਦੇ ਤੇ ਡਿਪੈਂਡ ਕਰਦਾ। ਤੁਸੀਂ ਕੋਈ ਕੋਰਸ ਲਿੱਤਾ ਹੈ, ਉੱਥੇ ਜਾ ਕੇ ਰਿਲੇਵੈਂਟ ਕੋਰਸ ਤੁਸੀਂ ਆਪਣੀ ਸਟੱਡੀ ਨਾਲ ਮੈਚ ਕਰ ਰਹੇ ਹੋ, ਹਨਾ, ਜਾਂ ਨਹੀਂ ਕਰ ਰਹੇ, ਉਹ ਵੀ ਸਾਰਾ ਕੁਝ ਤੁਹਾਡਾ ਪਹਿਲੇ ਦੇਖਿਆ ਜਾਂਦਾ ਹੈ। ਬਿਲਕੁਲ। ਸੋ ਅਸੀਂ ਗੱਲ ਕਰ ਰਹੇ ਹਾਂ ਕੈਨੇਡਾ ਦੀ, ਆਸਟ੍ਰੇਲੀਆ ਦੀ, ਔਰ ਅਸੀਂ ਯੂਕੇ ਦੀ ਵੀ ਗੱਲਬਾਤ ਕੀਤੀ, ਯੂਰਪ ਦਾ ਵੀ ਸਾਡੇ ਦਰਸ਼ਕਾਂ ਨੇ ਸਾਨੂੰ ਸਵਾਲ ਕੀਤਾ। ਸੋ ਮਾਫੀ, ਹੁਣ ਥੋੜੀ ਦੇਰ ਵਾਸਤੇ ਅਸੀਂ ਕਾਲਸ ਨਹੀਂ ਲੈਣੀ ਕਿਉਂਕਿ ਪ੍ਰੋਗਰਾਮ ਨੂੰ ਸਮੇਟਣ ਦਾ ਸਮਾਂ ਹੋ ਗਿਆ ਹੈ। ਤੁਸੀਂ ਪ੍ਰੋਗਰਾਮ ਤੋਂ ਬਾਅਦ ਜ਼ਰੂਰ ਕਾਲ ਕਰਿਓ, ਤੁਹਾਡੇ ਜਿਹੜੇ ਸਵਾਲ ਆ ਉਹਨਾਂ ਦਾ ਜਵਾਬ ਜਿਹੜਾ ਜ਼ਰੂਰ ਦਿੱਤਾ ਜਾਊਗਾ। ਰਮਨੀਕ, ਸਮੇਟਣਾ ਹੈ ਪ੍ਰੋਗਰਾਮ ਨੂੰ, ਲੇਕਿਨ ਮੈਂ ਪੁੱਛਣਾ ਚਾਹੂੰਗੀ, ਬੱਚੇ ਜਿਹੜੇ ਘੱਟ ਪੈਸੇ ਲਾਉਣਾ ਚਾਹੁੰਦੇ ਆ, ਗੈਪ ਵੀ 6-7-8 ਸਾਲ ਦਾ ਬਣ ਗਿਆ ਹੈ, ਪੈਸੇ ਘੱਟ ਕਿਸੇ ਕੰਟਰੀ ਤੋਂ ਰਿਫਿਊਜ਼ ਹੋ ਚੁੱਕੇ ਨੇ, ਸੋ ਜਿਹੜਾ ਮੈਂ ਕਹੂੰਗੀ ਬੈਂਕ ਬੈਲੈਂਸ ਵੀ ਘੱਟ ਸ਼ੋ ਕਰਨਾ ਚਾਹੁੰਦੇ ਨੇ, ਇਨਵੈਸਟ ਨਹੀਂ ਕਰਨਾ ਚਾਹੁੰਦੇ, ਮੇਨ ਮੁੱਦੇ ਦੀ ਗੱਲ ਕਰਾਂ, ਪੈਸਾ ਸਟਕ ਹੋਣ ਤੋਂ ਡਰਦੇ ਨੇ ਕਿ ਸਾਡਾ ਪੈਸਾ ਫਸ ਨਾ ਜਾਵੇ, ਸੋ ਕੀ ਉਹਨਾਂ ਵਾਸਤੇ ਕੀ ਰਸਤਾ ਹੈਗਾ? ਉਹਨਾਂ ਵਾਸਤੇ ਇਹੀ ਰਸਤਾ ਹੈ, ਕਿਉਂਕਿ ਉਹ ਇੱਦਾਂ, ਅਗਰ ਮੈਂ ਪੈਸੇ ਦੀ ਗੱਲ ਕਰਾਂ ਕਿ ਅੱਜ ਕੱਲ੍ਹ ਕੀ ਹੈ, ਫਾਈਨੈਂਸ਼ਲੀ ਹੀ ਇਸ਼ੂਜ਼ ਨੇ। ਬਹੁਤ ਸਾਰੇ ਲੋਕੀ ਜਿਹੜੇ ਆਪਣੇ ਮਤਲਬ ਬੱਚੇ ਇੱਦਾਂ ਦੇ ਨੇ ਜਿਨ੍ਹਾਂ ਨੇ, ਹਨਾ, ਆਪਣੇ ਦਿਲ ਦੇ ਵਿੱਚ ਸੋਚਿਆ ਕਿ ਮੈਂ ਬਾਹਰ ਜਾਊਂਗਾ, ਬਟ ਕੀ ਹੈ ਫਾਈਨੈਂਸ਼ੀਅਲ ਜਾਂ ਅਫੋਰਡੇਬਿਲਟੀ ਨਹੀਂ ਹੈਗੀ ਕਰਕੇ ਰੁਕ ਜਾਂਦੇ ਆ। ਤੇ ਮੈਂ ਇਹ ਕਹੂੰਗੀ ਕਿ ਤੁਹਾਡੇ ਵਾਸਤੇ ਤੁਸੀਂ ਜਾਓ, ਆਪਣਾ ਸੁਪਨਾ ਪੂਰਾ ਕਰੋ, ਲੇਕਿਨ ਪਹਿਲਾਂ ਤੁਸੀਂ ਫਿਰ ਯੂਰਪ ਲਈ ਅਪਲਾਈ ਕਰੋ, ਕਿਉਂਕਿ ਉਹਦੇ ਵਿੱਚ ਤੁਹਾਨੂੰ ਇੰਨੇ ਫੰਡਸ ਨਹੀਂ ਸ਼ੋ ਕਰਨੇ ਪੈਂਦੇ। ਯੂਰਪ ਡਾਇਰੈਕਟ ਯੂਰਪ ਲਈ ਅਪਲਾਈ ਕਰਨ ਜਾਂ ਫਿਰ ਕੋਈ ਹੋਰ ਆਪਸ਼ਨ ਵੀ ਹੈਗਾ? ਮਨਦੀਪ, ਤੁਸੀਂ ਗੱਲ ਕੀਤੀ ਹੈ ਬੈਟਰ ਆਪਸ਼ਨ ਦੀ, ਹਨਾ, ਤੇ ਬੈਟਰ ਆਪਸ਼ਨ ਹੈਗਾ ਯੂਰਪ। ਹੁਣ ਯੂਰਪ ਦੇ ਵਿੱਚ ਹੈਗੀ ਹੈ ਕੰਟਰੀ ਯੂਕਰੇਨ, ਹੁਣ ਤੁਸੀਂ ਉੱਥੇ ਲਈ ਅਪਲਾਈ ਕਰ ਸਕਦੇ ਹੋ, ਹਨਾ। ਜਿਹੜਾ ਆਪਸ਼ਨ ਤੁਹਾਨੂੰ, ਹਨਾ, ਆਸਟ੍ਰੇਲੀਆ ਦੇ ਰਿਹਾ, ਕੈਨੇਡਾ ਦੇ ਰਿਹਾ, ਉਹੀ ਤੁਹਾਨੂੰ ਕੀ ਦੇ ਰਿਹਾ, ਯੂਕਰੇਨ ਦੇ ਰਿਹਾ, ਹਨਾ। ਤੁਸੀਂ ਉਹੀ ਫੈਸਿਲਿਟੀਜ਼ ਤੁਹਾਨੂੰ ਆਸਟ੍ਰੇਲੀਆ ਮਿਲ ਰਹੀ ਹੈ, ਉਹੀ ਕੈਨੇਡਾ ਮਿਲ ਰਹੀ ਹੈ, ਉਹੀ ਯੂਕਰੇਨ ਮਿਲ ਰਹੀ ਹੈ, ਫਿਰ ਤੁਸੀਂ ਆਪਣਾ ਸੁਪਨਾ ਕਿਉਂ ਮਾਰਦੇ ਹੋ ਬਾਹਰ ਜਾਣ ਦਾ, ਹਨਾ। ਤੁਸੀਂ ਜਾਓ। ਪੈਸੇ ਮਤਲਬ ਕਿੰਨੇ ਕੁ ਲੱਗ ਜਾਣਗੇ? ਕਿਉਂਕਿ ਬਹੁਤ ਸਾਰੇ ਕਹਿੰਦੇ ਆ ਵੀ 8-9 ਲੱਖ ਰੁਪਇਆ ਲੱਗ ਜੂਗਾ, ਕੋਈ ਕਹਿੰਦਾ 5-6 ਲੱਖ ਲੱਗੂਗਾ, ਤੁਸੀਂ ਕੀ ਕਹੋਗੇ ਕਿੰਨੇ ਕੁ ਪੈਸੇ ਯੂਕਰੇਨ ਵਾਸਤੇ ਲੱਗਣਗੇ? ਇਹ ਤਾਂ ਸਾਰੀਆਂ ਹਰ ਕੰਸਲਟੈਂਟ ਜਿਹੜੇ ਹੁੰਦੇ ਆਪਣੀਆਂ ਅਫਵਾਹਾਂ ਹੈਗੀਆਂ, ਹਨਾ। ਕੋਈ ਕਹੇਗਾ 8 ਲੱਗ ਜਾਏਗਾ, ਕੋਈ ਕਹਿੰਦਾ 9 ਲੱਗ ਜਾਏਗਾ, ਕੋਈ ਕਹਿੰਦਾ 10 ਲੱਗ ਜਾਏਗਾ, ਲੇਕਿਨ ਇੱਥੇ ਅਸੀਂ ਕਹਿੰਦੇ ਆ ਕਿ 3.5 ਤੋਂ 4 ਲੱਖ ਦਾ ਖਰਚਾ ਆਏਗਾ। ਉਹ ਵੀ ਅਸੀਂ ਇੱਥੇ ਜ਼ਿੰਮੇਵਾਰ
ਜ਼ਿੰਮੇਵਾਰ ਬੈਠੇ ਹਾਂ, ਠੀਕ ਹੈ। ਤੁਹਾਨੂੰ ਪੂਰੇ ਪ੍ਰੋਪਰ ਤੁਹਾਡੇ ਡਾਕੂਮੈਂਟ ਵੈਰੀ ਕਰਕੇ ਅਸੀਂ ਤੁਹਾਨੂੰ ਭੇਜਾਂਗੇ, ਸਾਰਾ ਕੁਝ ਅਸੀਂ ਕਰਾਂਗੇ। 3.5 ਤੋਂ 4 ਲੱਖ ਦਾ ਖਰਚਾ ਆਏਗਾ। ਉਹ ਵੀ ਕਈ ਬੱਚੇ ਬੋਲਦੇ ਹੈਗੇ ਫੰਡ ਵਗੈਰਾ ਕੋਈ ਪੁਰਾਣੇ ਚਾਹੀਦੇ ਨੇ ਕੁਝ? ਨਹੀਂ ਜੀ, ਕੋਈ ਪੁਰਾਣੇ ਫੰਡ ਦੀ ਲੋੜ ਨਹੀਂ ਹੈਗੀ, ਇੱਥੇ ਪੁਰਾਣੇ ਫੰਡ ਨਹੀਂ ਚੱਲਣੇ। ਤੇ ਗੈਪ ਵਗੈਰਾ ਕਿੰਨਾ ਕੁ ਐਕਸੈਪਟ ਕਰਵਾ ਦੋਗੇ? ਗੈਪ ਤੁਹਾਡਾ 6 ਸਾਲ ਦਾ ਵੀ ਚੱਲ ਸਕਦਾ ਹੈ, ਤੁਹਾਡਾ 7 ਸਾਲ ਦਾ ਵੀ, ਤੁਹਾਡਾ 10 ਸਾਲ ਤੱਕ ਦਾ ਵੀ ਗੈਪ ਐਕਸੈਪਟੇਬਲ ਹੈ। ਕਈ ਇਹ ਵੀ ਜਿਹੜੀਆਂ 10 ਦੀਆਂ 10 ਉਂਗਲਾਂ ਨੇ ਘਿਓ ਦੇ ਵਿੱਚ ਹੈਗੀਆਂ ਬਿਲਕੁਲ ਨੇ। ਜੀ, ਜੇਕਰ ਚਾਹੁੰਦੇ ਹੋ ਵੀ ਤੁਸੀਂ ਅਪਲਾਈ ਕਰਨਾ ਯੂਕਰੇਨ ਯੂਰਪ ਦੇ ਵਿੱਚ, ਹੈ ਨਾ, ਯੂਕਰੇਨ ਯੂਰਪ ਦਾ ਹੀ ਇੱਕ ਪਾਰਟ ਹੈਗਾ। ਬਿਲਕੁਲ ਜੀ, ਉਹਦਾ ਹੀ ਬਹੁਤ ਸਾਰੇ ਪਾਰਟ ਸਾਡੇ ਹੈ। ਵਿਦਿਆਰਥੀ, ਸਾਡੇ ਦਰਸ਼ਕ ਹੋਣਗੇ ਜਿਨ੍ਹਾਂ ਨੂੰ ਇਹੀ ਕਨਫਰਮੇਸ਼ਨ ਨਹੀਂ ਹੋ ਰਹੀ, ਉਹ ਫੋਨ ਕਰਕੇ ਕਰੰਸੀ ਪੁੱਛਣ ਲੱਗ ਜਾਂਦੇ ਨੇ, ਯੂਕਰੇਨ ਦੀ ਕਰੰਸੀ ਕੀ ਹੈਗੀ ਆ। ਸੋ ਪਾਥਵੇ ਈਜ਼ੀਲੀ ਮਿਲ ਜੂਗਾ। ਕੱਲ ਨੂੰ ਬੱਚੇ ਨੇ ਮੂਵ ਹੋਣਾ ਪੁਰਤਗਾਲ, ਸ਼ੈਂਗਨ ਕੰਟਰੀ 'ਚ ਮੂਵ ਹੋਣਾ, ਪੁਰਤਗਾਲ ਹੋਣਾ, ਜਰਮਨ ਹੋਣਾ, ਜਾਂ ਫਿਰ ਮੰਨ ਲਓ ਉਹਨੇ ਯੂਕੇ ਦੇ ਵਿੱਚ ਮੂਵ ਹੋਣਾ। ਸੋ ਈਜ਼ੀਲੀ ਕੋਈ ਪੈਟਰਨ ਹੈਗਾ? ਬਿਲਕੁਲ, ਉਹ ਈਜ਼ੀ ਪਾਥਵੇ ਨਾਲ ਅੱਗੇ ਮੂਵ ਔਨ ਕਰ ਸਕਦੇ ਆ। ਹੁਣ ਮੰਨ ਲਓ ਜਿਹੜੇ ਬੱਚਿਆਂ ਨੇ ਯੂਕਰੇਨ ਦੇ ਵਿੱਚ ਸਟੱਡੀ ਕੀਤੀ ਹੈ, ਹਨਾ, ਕੱਲ ਨੂੰ ਉਹਨਾਂ ਨੇ ਕੋਈ ਵੀ ਪ੍ਰੋਗਰਾਮ ਲਿੱਤਾ ਹੈ, ਕੱਲ ਨੂੰ ਉੱਥੇ ਮੰਨ ਲਓ ਸਟੱਡੀ ਤੁਸੀਂ ਕੀਤੀ ਹੈ, ਤੁਸੀਂ ਅੱਗੇ ਅਪਲਾਈ ਕਰ ਸਕਦੇ ਹੋ ਕੈਨੇਡਾ, ਆਸਟ੍ਰੇਲੀਆ। ਟਾਈਮ ਪ੍ਰੋਸੈਸ ਜਿਹੜਾ ਹੈਗਾ ਉਹ ਵੀ ਥੋੜਾ ਜਿਹਾ ਘੱਟ ਹੈਗਾ, ਵੀ ਘੱਟ ਸਮੇਂ ਦੇ ਵਿੱਚ ਜਿਹੜਾ ਤੁਸੀਂ ਅੱਗੇ ਲਈ ਮੂਵ ਕਰ ਸਕਦੇ ਹੋ। ਸੋ ਮਾਫੀ ਉਹਨਾਂ ਦਰਸ਼ਕਾਂ ਨੂੰ ਜਿਨ੍ਹਾਂ ਦੀ ਅਸੀਂ ਕਾਲ ਨਹੀਂ ਲਈ ਹੈਗੀ, ਕਿਉਂਕਿ ਹੁਣ ਜਦੋਂ ਪ੍ਰੋਗਰਾਮ ਨੂੰ ਵਾਈਂਡ ਅਪ ਕਰਨ ਦਾ ਸਮਾਂ ਹੋ ਗਿਆ ਸੀ, ਸੋ ਮੈਂ ਟੈਕਨੀਕਲ ਟੀਮ ਨੂੰ ਗੁਜ਼ਾਰਿਸ਼ ਕਰ ਦਿੱਤੀ ਸੀ ਵੀ ਹੁਣ ਅਸੀਂ ਕਾਲਸ ਨਹੀਂ ਲਵਾਂਗੇ, ਕਿਉਂਕਿ ਇਹ ਵੀ ਬੇहद ਖਾਸ ਜਿਹੜਾ ਸਵਾਲ ਸੀ, ਇਹਦੀ ਜਾਣਕਾਰੀ ਲੈਣਾ ਬਹੁਤ ਜ਼ਰੂਰੀ ਸੀ। ਸੋ ਵੇਲਾ ਜਾਣ ਦਾ ਹੋ ਗਿਆ। ਤੁਸੀਂ ਰੱਖੋ ਆਪਣਾ ਧਿਆਨ, ਤੇ ਮੈਮ ਬਹੁਤ ਬਹੁਤ ਧੰਨਵਾਦ ਆਪਣੀ ਜਾਣਕਾਰੀ ਦੇਣ ਲਈ। ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਤੋਂ ਮਾਫੀ ਉਹਨਾਂ ਦਰਸ਼ਕਾਂ ਨੂੰ ਜਿਨ੍ਹਾਂ ਦੀ ਅਸੀਂ ਕਾਲ ਨਹੀਂ ਲਈ। ਕੱਲ ਫੇਰ ਮਿਲਾਂਗੇ ਇਸੇ ਟਾਈਮ, ਤੁਹਾਡੇ ਸਵਾਲਾਂ ਦੇ ਰਲ ਮਿਲ ਕੇ ਲੱਭਾਂਗੇ ਜਵਾਬ। ਦੇਖਣਾ ਨਾ ਭੁੱਲਿਓ ਵੀਜ਼ਾ ਲਾਈਵ। ਸਤਿ ਸ਼੍ਰੀ ਅਕਾਲ।